ਵਾਹਿਗੁਰੂ ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਅਰਜਨ ਸਰੋਤਾ ਅਰਜ ਸਿਰਜਨ ਆਰਜ ਤਾਇ ਲਰਜਤ ਜਮ ਜਿਨ ਨਾਮ ਤੇ ਬੰਦੋ ਤਿਨ ਜੁਗ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਜਗਤ ਗੁਰੂ ਹਾਜ਼ਰਾ ਹਜੂਰ ਜਾਹਰਾਂ ਜਹੂਰ ਸਰਬ ਕਲਾ ਭਰਪੂਰ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰਨ ਲਈ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। 10 ਪਾਤਸ਼ਾਹੀਆਂ ਦਾ ਮੰਗਲਾਚਰਨ ਹੋ ਰਿਹਾ ਹੈ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਮੰਗਲਾਚਰਨ ਤੱਕ ਕੱਲ ਦੀ ਕਥਾ ਆਪਾਂ ਵਿਚਾਰੀ। ਅੱਜ ਸਾਹਿਬ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਉਗ ਬੜੋ ਤੈ ਹਾਥ ਬਣੋ ਚਹੁ ਚੱਕੀ ਕੀਨ ਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੋਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮੰਗਲਾਚਰਨ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕਰ ਰਹੇ ਨੇ। ਆਓ 10 ਪਾਤਸ਼ਾਹੀਆਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ ਰਸਨਾ ਦੀ ਪਵਿੱਤਰਤਾ ਲਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਮੰਗਲ ਦੋਹਰਾ ਸ਼੍ਰੀ ਅਰਜਨ ਸਰੋਤਾ ਅਰਜ ਸਿਰਜਨ ਆਰਜ ਤਾਏ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੁਣਦੇ ਹਨ ਆਪਣਿਆਂ ਸੇਵਕਾਂ ਦੀ ਅਰਜ। ਸਰੋਤਾ ਅਰਜ
ਆਪਣਿਆਂ ਸੇਵਕਾਂ ਦੀ ਅਰਜ਼ ਸੁਣਦੇ ਨੇ, ਆਪਣਿਆਂ ਸੇਵਕਾਂ ਦੀ ਅਰਦਾਸ ਸੁਣਦੇ ਨੇ। ਇੱਕ ਜਗ੍ਹਾ ਤੇ ਹੋਰ ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ, ਅਰਜਨ ਸੁਨਤ, ਕਿ ਸਤਿਗੁਰੂ ਜੀ ਆਪਣਿਆਂ ਸੇਵਕਾਂ ਦੀ ਅਰਜ਼ ਸੁਣਦੇ ਹਨ। ਸਿਰਜਨ ਆਰਜ ਤਾਏ, ਆਰਜ ਤਾਏ ਕਹਿੰਦੇ ਨੇ ਵਡਿਆਈ ਨੂੰ। ਜਿੰਨੀਆਂ ਵਡਿਆਈਆਂ ਨੇ ਉਹਨਾਂ ਸਾਰੀਆਂ ਵਡਿਆਈਆਂ ਦੇ ਸਿਰਜਣਹਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਹਨ। ਜਿਹਦੇ ਕੋਲ ਵੀ ਜਿਹੜੀ ਵਡਿਆਈ ਹੈ, ਚਾਹੇ ਸੰਸਾਰ ਵਿੱਚ, ਚਾਹੇ ਸੰਸਾਰ ਤੋਂ ਪਰੇ ਵੀ ਕਿਸੇ ਕੋਲ ਵਡਿਆਈ ਹੈ, ਦੇਵੀ ਦੇਵਤਿਆਂ ਪਾਸ ਵੀ ਵਡਿਆਈ ਹੈ। ਜਿੰਨਿਆਂ ਕੋਲ ਵੀ ਵਡਿਆਈਆਂ ਨੇ, ਜਿਤਨੀਆਂ ਵੀ ਵਡਿਆਈਆਂ ਨੇ, ਉਹਨਾਂ ਸਾਰੀਆਂ ਵਡਿਆਈਆਂ ਨੂੰ ਸਿਰਜਣ ਵਾਲੇ, ਉਹਨਾਂ ਵਡਿਆਈਆਂ ਨੂੰ ਬਣਾਉਣ ਵਾਲੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਹਨ। ਲਰਜਤ ਜਮ ਜਿਨ ਨਾਮ ਤੇ ਬੰਦੋ ਤਿਨ ਜੁਗ ਪਾਏ। ਜਿਨ੍ਹਾਂ ਦਾ ਨਾਂ ਸੁਣ ਕੇ ਜਮ ਡਰ ਜਾਂਦੇ ਨੇ, ਭੈ ਭੀਤ ਹੋ ਜਾਂਦੇ ਨੇ। ਜਦੋਂ ਕਹੀਏ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਇਹ ਕਹਿੰਦਿਆਂ ਇਸ ਪਵਿੱਤਰ ਨਾਮ ਨੂੰ ਸੁਣਦਿਆਂ ਜਮ ਲਰਜ ਜਾਂਦੇ ਨੇ, ਡਰ ਜਾਂਦੇ ਨੇ, ਭੱਜ ਜਾਂਦੇ ਨੇ। ਜਿਨ੍ਹਾਂ ਦਾ ਨਾਂ ਲਿਆ ਜਮ ਲਰਜ ਜਾਂਦੇ ਨੇ, ਐਸੇ ਗੁਰੂ ਅਰਜਨ ਦੇਵ ਸਾਹਿਬ ਦੇ ਪਵਿੱਤਰ ਚਰਨਾਂ ਤੇ ਮੈਂ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ, ਵੰਦਨਾ ਕਰਦਾ ਹਾਂ। ਕਬਿਤ ਲੋਚਨ ਬਿਲੋਕਤ ਨਾ ਚਾਹੇ ਚਿਤਿਆਨ ਦੁੱਤ। ਜਦੋਂ ਇਹਨਾਂ ਅੱਖਾਂ ਨਾਲ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰ ਲਈਏ, ਜਿਨ੍ਹਾਂ ਨੇ ਵੀ ਕੀਤੇ, ਜਿਹੜੇ ਵੀ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਦੇ ਨੇ ਇਹਨਾਂ ਨੇਤਰਾਂ ਨਾਲ, ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਨੂੰ ਕੁਝ ਹੋਰ ਵੇਖਣ ਦੀ ਇੱਛਾ ਨਹੀਂ ਰਹਿ ਜਾਂਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨਾਂ ਨੂੰ ਕੋਈ ਹੋਰ ਦੁਤੀ ਕ੍ਰਾਂਤੀ ਗੁਰੂ ਸਾਹਿਬ ਦੇ ਚਿਹਰੇ ਦੇ ਤੁਲ ਨਜ਼ਰ ਹੀ ਨਹੀਂ ਆਉਂਦੀ। ਹਾਂਜੀ, ਵਿਸ਼ੇ ਕੇ ਬਿਲਾਸ ਆਸ ਪਾਸਨ ਨਾ ਜਾਵਈ। ਭਾਵੇਂ ਬੜੇ ਵਿਸ਼ੇ ਵਿਲਾਸ ਚੋਜ ਹੋ ਰਹੇ ਹੋਣ ਸੱਜੇ ਖੱਬੇ, ਉਹਨਾਂ ਵੱਲ ਉਹਨਾਂ ਦੀ ਦ੍ਰਿਸ਼ਟੀ ਨਹੀਂ ਜਾਂਦੀ, ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ ਕਿ ਕੌਣ ਕੀ ਕਰ ਰਿਹਾ, ਕੀ ਕਰਦਾ ਹੈ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕੀਤੇ, ਉਹ ਸੰਸਾਰ ਦੇ ਵਿਸ਼ੇ ਵਿਲਾਸਾਂ ਨੂੰ, ਸੰਸਾਰ ਦੀਆਂ ਰੌਣਕਾਂ ਮੇਲਿਆਂ ਨੂੰ ਵੇਖਣ ਵਾਸਤੇ ਆਪਣੇ ਨੇਤਰਾਂ ਨੂੰ ਚੰਚਲ ਨਹੀਂ ਕਰਦੇ। ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਉਹਨਾਂ ਨੂੰ ਕੁਝ ਹੋਰ ਵੇਖਣ ਦੀ ਕਾਂਖਾ ਹੀ ਨਹੀਂ ਰਹਿ ਜਾਂਦੀ। ਇਹੋ ਜਿਹੇ ਨੇ ਗੁਰੂ ਕੇ ਦਰਸ਼ਨ। ਕਾਨ ਆਨ ਗਾਨ ਤਾਨ ਸੁਨੈ ਨਾ ਅਯਾਨ ਜਿਵ। ਜਿਹੜੇ ਆਪਣਿਆਂ ਕੰਨਾਂ ਨਾਲ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਬਦ ਸੁਣਦੇ ਨੇ, ਗੁਰੂ ਅਰਜਨ ਸਾਹਿਬ ਦੀ ਬਾਣੀ ਸੁਣਦੇ ਨੇ, ਉਹ ਅਯਾਣਿਆਂ ਬਾਲਕਾਂ ਵਾਂਗੂ ਹੋਰ ਗੰਦੇ ਗੀਤ ਜਾਂ ਹੋਰ ਲੋਕਾਂ ਦੀਆਂ ਕਈਆਂ ਮਾੜੀਆਂ ਭੈੜੀਆਂ ਗੱਲਾਂ ਨਹੀਂ ਜੇ ਸੁਣਦੇ। ਜਿਵੇਂ ਕੋਈ ਆਣ ਨਾ ਸਮਝ ਬਾਲਕ ਨਹੀਂ ਸੁਣ ਕੇ ਕਿਸੇ ਦਾ ਕੋਈ ਗੀਤ ਨੱਚਣ ਟੱਪਣ ਲੱਗ ਪਏ। ਕਹਿੰਦੇ ਜਿਹੜੇ ਗੁਰੂ ਕੇ ਸਿੱਖ ਗੁਰੂ ਅਰਜਨ ਸਾਹਿਬ ਦਾ ਸ਼ਬਦ ਸੁਣਦੇ ਨੇ, ਗੁਰਬਾਣੀ ਸੁਣਦੇ ਨੇ, ਉਹਨਾਂ ਦੇ ਕੰਨ ਫਿਰ ਆ ਹੋਰ ਕੁਝ ਸੁਣਨ ਵਾਸਤੇ ਅਯਾਨਪੁਣੇ ਦੇ ਵਿੱਚ ਨਹੀਂ ਭੱਜਦੇ। ਬਿਸਰਾ ਅਪਾਨ ਤਨ ਮਾਨ ਸੋ ਨ ਆਵਈ। ਸਗੋਂ ਉਹਨਾਂ ਦੇ ਆਪਣੇ ਸਰੀਰ ਦੇ ਵਿੱਚੋਂ ਜਿਹੜਾ ਸਰੀਰ ਦਾ ਅਭਿਮਾਨ ਹੈ, ਜਿਹਨੂੰ ਤਨ ਅਭਿਮਾਨ ਕਹਿੰਦੇ ਨੇ, ਇਹ ਤਨ ਅਭਿਮਾਨ ਦੀ ਵਿਰਤੀ ਉਹਨਾਂ ਦੇ ਅੰਦਰੋਂ ਵਿਸਰ ਜਾਂਦੀ। ਉਹ ਸਰੀਰ ਤੋਂ ਮੁਕਤ ਹੋ ਜਾਂਦੇ ਨੇ ਜਿਹੜੇ ਗੁਰੂ ਅਰਜਨ ਸਾਹਿਬ ਦੀ ਬਾਣੀ ਸੁਣਦੇ। ਉਹ ਇਸ ਤਨ ਅਭਿਮਾਨ ਤੋਂ, ਸਰੀਰ ਦੇ ਅਭਿਮਾਨ ਤੋਂ ਪਰੇ ਹੋ ਜਾਂਦੇ ਨੇ, ਸਰੀਰ ਦੇ ਤਨ ਅਭਿਮਾਨ ਤੋਂ ਰਹਿਤ ਹੋ ਜਾਂਦੇ। ਉਹਨਾਂ ਨੂੰ ਤਨ ਅਭਿਮਾਨ ਵਿਸਰ ਜਾਂਦਾ ਹੈ। ਭਈ ਉਨ ਮਤ ਗਤ ਆਨੰਦ ਉਦਦਵਤ। ਉਹ ਉਨਮਨੀ ਅਵਸਥਾ ਵਿੱਚ ਜਾ ਕੇ ਆਨੰਦ ਦੇ ਸਮੁੰਦਰ ਵਿੱਚ ਵਿਲੀਨ ਹੋ ਜਾਂਦੇ ਨੇ। ਜਿਹੜੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਦੀ ਬਾਣੀ ਸੁਣਦੇ ਨੇ, ਉਹ ਆਨੰਦ ਦੇ ਉਦਦ ਸਮੁੰਦਰ ਵਿੱਚ ਲੀਨ ਹੋ ਜਾਂਦੇ ਨੇ, ਉਨਮਨ ਹੋ ਜਾਂਦੇ ਹਨ। ਚਿਤ ਮੈਂ ਬਿਯੋਗ ਤਿਸ ਕਬਹੁ ਨਾ ਭਾਵਈ। ਔਰ ਉਹ ਜਿਹੜਾ ਆਨੰਦ ਦਾ ਸਮੁੰਦਰ ਜਿਹਦੇ ਚੋਂ ਵਿਲੀਨ ਨੇ, ਉਹ ਕਦੇ ਨਹੀਂ ਚਾਹੁੰਦੇ ਕਿ ਉਹਨਾਂ ਦੇ ਚਿੱਤ ਦਾ ਕਦੇ ਉਸ ਆਨੰਦ ਦੇ ਸਮੁੰਦਰ ਚੋਂ ਵਿਜੋਗ ਹੋਵੇ। ਉਹ ਕਦੇ ਨਹੀਂ ਚਾਹੁੰਦੇ।
ਕਿ ਉਹਨਾਂ ਦੇ ਹਿਰਦ ਆਨੰਦ ਤੋਂ ਕਦੇ ਵੀ ਵਿਜੋਗਤਾਈ ਹੋਵੇ। ਜਾਨ ਅਰਜਨ ਪਦ ਪਦਮ ਕੋ ਦੇਖ ਕਰ। ਕਹਿੰਦੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਨੂੰ ਵੇਖ ਕੇ ਸਿੱਖ ਮਨ ਭੌਰ ਭਇਓ ਭ੍ਰਮਤ ਲੁਭਾਵਈ। ਸਿੱਖਾਂ ਦਾ ਮਨ ਭੌਰਾ ਬਣ ਕੇ ਲੁਭਾਏਮਾਨ ਹੋਇਆ, ਗੁਰੂ ਅਰਜਨ ਸਾਹਿਬ ਦੇ ਚਰਨਾਂ ਦੇ ਉੱਤੇ ਭਰਮਦਾ ਹੈ। ਜਿਵੇਂ ਭੌਰਾ ਨਹੀਂ ਕਮਲ ਦੇ ਫੁੱਲ ਤੇ ਭਰਮਦਾ, ਏਦਾਂ ਗੁਰਸਿੱਖਾਂ ਦਾ ਮਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦਾ ਲੋਭੀ ਹੋਇਆ, ਮਹਾਰਾਜ ਜੀ ਦੇ ਚਰਨਾਂ ਨਾਲ ਹੀ ਜੁੜਿਆ ਰਹਿੰਦਾ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਹੀ ਉਹਨਾਂ ਦਾ ਮਨ ਇੱਕ ਬਿੱਕ ਹੋਇਆ ਰਹਿੰਦਾ ਹੈ। ਸ਼੍ਰੀ ਗੁਰੂ ਹਰਗੋਬਿੰਦ ਜੀ ਮੰਗਲ ਦੋਹਰਾ। ਸ਼੍ਰੀ ਗੁਰੂ ਹਰਗੋਬਿੰਦ ਬਰ ਸਨਦ ਬੱਧ ਧਰ ਧਿਆਨ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ, ਬੰਦੀ ਛੋੜ ਸਤਿਗੁਰੂ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਵਰ ਸ੍ਰੇਸ਼ਟ ਸਨਦਬੱਧ ਸ਼ਸਤਰ ਧਾਰੀ ਹਨ, ਉਹਨਾਂ ਦੇ ਸ਼ਸਤਰ ਧਾਰੀ ਵੀਰ ਅਸੀਂ ਸਵਰੂਪ ਦਾ। ਮਾਂ ਕਵੀ ਜੀ ਕਹਿੰਦੇ ਮੈਂ ਆਪਣੇ ਹਿਰਦੇ 'ਚ ਧਿਆਨ ਧਾਰਦਾ ਹਾਂ। ਛੇਵੇਂ ਪਾਤਸ਼ਾਹ ਦਾ ਤੇਜਸਵੀ ਸਨਦਬੱਧ ਸ਼ਸਤਰ ਧਾਰੀ ਸਵਰੂਪ ਮੈਂ ਆਪਣੇ ਹਿਰਦੇ 'ਚ ਧਿਆਨ ਕਰਕੇ ਧਾਰਦਾ ਹਾਂ। ਬੰਦ ਦਉ ਕਰ ਬੰਦਨਾ ਸੁੰਦਰ ਦੁੱਤ ਮਦਨਾਨ। ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਦਾ ਹਾਂ, ਮੱਥਾ ਟੇਕਦਾ ਹਾਂ, ਨਮਸਕਾਰ ਕਰਦਾ ਹਾਂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੋਹਣੇ ਸਰੂਪ ਦੀ ਦੁਤੀ ਵੇਖ ਕੇ, ਮਹਾਰਾਜ ਜੀ ਦੇ ਸੁੰਦਰ ਸਰੂਪ ਦੀ ਕ੍ਰਾਂਤੀ ਵੇਖ ਕੇ। ਕਬਿਤ ਅਮਲ ਕਮਲ ਜੈਸੇ ਕੈਸੇ ਕਹੋ ਪਦ ਜੁਗ। ਆਹਾ, ਕਹਿੰਦੇ ਮੈਂ ਕਿਵੇਂ ਕਵਾਂ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਕਮਲ ਦੇ ਫੁੱਲ ਵਾਂਗੂ ਨੇ। ਕਿਵੇਂ ਕਵਾਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦੋਹਾਂ ਨਿਰਮਲ ਚਰਨਾਂ ਨੂੰ ਕਮਲ ਵਰਗੇ ਕਿਸ ਤਰ੍ਹਾਂ ਆਖਾਂ। ਹਾਂਜੀ, ਰਜਨੀ ਮੈਂ ਆਨ ਗਤ ਹੋਤ ਜਿਨ ਬਾਨ ਹੈ। ਕਹਿੰਦੇ ਕਮਲ ਦੇ ਫੁੱਲ ਵਾਂਗੂ ਕਿਵੇਂ ਕਵਾਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ, ਕਿਉਂਕਿ ਕਮਲ ਦਾ ਫੁੱਲ ਕੱਲਾ ਦਿਨੇ ਖਿੜਦਾ, ਰਾਤ ਨੂੰ ਮੁਰਝਾ ਜਾਂਦਾ, ਪੰਖੜੀਆਂ ਮਿਚ ਜਾਂਦੀਆਂ। ਪਰ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਤਾਂ ਦਿਨ ਰਾਤ ਆਨੰਦ ਵਿੱਚ ਰਹਿੰਦੇ ਆ, ਸਦਾ ਹੀ ਆਨੰਦ 'ਚ ਰਹਿੰਦੇ ਆ। ਕਹਿੰਦੇ ਮੈਂ ਕਮਲ ਦੇ ਫੁੱਲ ਦੀ ਤਸਬੀਹ ਕਿਵੇਂ ਦਿਆਂ, ਕਿਵੇਂ ਕਹਾਂ ਕਿ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਕਮਲ ਫੁੱਲ ਵਾਂਗੂ ਨੇ। ਕਮਲ ਦਾ ਫੁੱਲ ਤਾਂ ਉਹ ਫਲ ਮਿਲ ਜਾਂਦਾ। ਸੁਰਤਰ ਵੀ ਕਹਿੰਦੇ ਇਹਨੂੰ, ਦੇਵਤਰੂ ਵੀ ਕਹਿੰਦੇ। ਗੁਰਬਾਣੀ 'ਚ ਬਹੁਤ ਵਾਰੀ ਇਹਦਾ ਨਾਂ ਹੈ, ਦੇਵਤਰ, ਸੁਰਤਰ, ਕਲਪ ਬ੍ਰਿਛ, ਪਾਰਜਾਤ। ਕਹਿੰਦੇ ਉਹਦੇ ਕੋਲੋਂ ਕਿਵੇਂ ਕਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਕਲਪ ਬ੍ਰਿਛ ਵਾਂਗੂ ਹਨ। ਦੱਸਦੇ ਨੇ ਅੱਗੇ, ਦਾਨੀ ਮਨ ਕਾਮਨਾ ਨਾ ਦਾਨੀ ਮੋਖ ਗਿਆਨ ਹੈ। ਕਹਿੰਦੇ ਜਿਹੜਾ ਕਲਪ ਬ੍ਰਿਛ ਹੈ ਉਹ ਕੱਲਾ ਮਨ ਦੀ ਕਾਮਨਾ ਪੂਰੀ ਕਰਕੇ ਦਾਨ ਦੇ ਦਿੰਦਾ, ਪਰ ਉਹ ਕਲਪ ਬ੍ਰਿਛ ਨਾ ਮੁਕਤੀ ਦੇ ਸਕਦਾ ਤੇ ਨਾ ਗਿਆਨ ਦੇ ਸਕਦਾ। ਹੁਣ ਮੈਂ ਕਿਵੇਂ ਕਵਾਂ ਹੇ ਗੁਰੂ ਹਰਗੋਬਿੰਦ ਸਾਹਿਬ ਕਿ ਤੁਹਾਡੇ ਚਰਨ ਪਾਰਜਾਤ ਕਲਪ ਬ੍ਰਿਛ ਵਾਂਗੂ ਨੇ, ਕਿਉਂਕਿ ਕਲਪ ਬ੍ਰਿਛ ਕੇਵਲ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਦਾ, ਨਾ ਮੁਕਤੀ ਦੇ ਸਕਦਾ ਤੇ ਨਾ ਹੀ ਗਿਆਨ ਦੇ ਸਕਦਾ। ਪਰ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਜਿੱਥੇ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ, ਉੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚੋਂ ਗਿਆਨ ਤੇ ਮੁਕਤੀ ਵੀ ਹਾਸਲ ਹੁੰਦੀ ਹੈ। ਚਿੰਤਾ ਮਨ ਜੈਸੇ ਨਖ ਭਾਖੇ ਨਾ ਪਰਤ ਮੁਖ। ਕਹਿੰਦੇ ਫੇਰ ਕਿਵੇਂ ਕਵਾਂ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਕਿ ਚਿੰਤਾਮਣੀ ਕਿਸੇ ਦੇ ਮਨ ਦਾ ਮੋਹ ਕੱਟ ਸਕਦੀ ਹੈ ਭਲਾ? ਪਰ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਨੋਹਾਂ ਦੀ ਕ੍ਰਾਂਤੀ ਵੇਖ ਕੇ ਗੁਰਸਿੱਖਾਂ ਦੇ ਹਿਰਦਿਆਂ 'ਚੋਂ ਮੋਹ ਦੀ ਨਿਰਵਿਰਤੀ ਹੋ ਜਾਂਦੀ ਹੈ, ਮੋਹ ਕੱਟਿਆ ਜਾਂਦਾ ਹੈ। ਕਿਵੇਂ ਆਖਾਂ ਕਿ ਮੇਰੇ ਸਾਹਿਬ ਦੇ ਚਰਨਾਂ ਦੇ ਨੋਹ ਚਿੰਤਾਮਣੀਆਂ ਦੇ ਤੁੱਲ। ਚਿੰਤਾਮਣੀ ਤਾਂ ਤੁੱਛ ਹੈ, ਉਹ ਮੋਹ ਨਹੀਂ ਕੱਟ ਸਕਦੀ, ਉਹ ਮੋਹ ਨਹੀਂ ਵਿਦਾਰ ਸਕਦੇ। ਸ਼੍ਰੀ ਹਰਗੋਬਿੰਦ ਪਾਦ ਆਨੰਦ ਕੇ ਕੰਦ ਜੋਊ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ
ਆਨੰਦ ਦਾ ਮੂਲ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਨੰਦ ਦਾ ਮੂਲ ਨੇ, ਮੁਰਾਦ ਹੈ ਆਨੰਦ ਦੇ ਦਾਤੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ। ਉਥੋਂ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਪਮੇਯ ਆਪ ਪੁੰਨ ਆਪੇ ਉਪਮਾਨ ਹੈ। ਆਪ ਹੀ ਉਪਮੇਯ ਨੇ। ਉਪਮੇਯ ਕਹਿੰਦੇ ਜਿਹਨੂੰ ਉਪਮਾ ਦੇਈਏ, ਉਪਮਾਨ ਜਿਸ ਦੀ ਉਪਮਾ ਦੇਈਏ ਵੀ ਕਮਲ ਵਾਂਗੂ ਨੇ। ਕਹਿੰਦੇ ਉਪਮੇਯ ਵੀ ਆਪ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ, ਤੇ ਉਪਮਾਨ ਵੀ ਆਪ ਹੀ ਹਨ। ਸਤਿਗੁਰਾਂ ਦੇ ਚਰਨਾਂ ਦੀ ਉਪਮਾ ਸਤਿਗੁਰਾਂ ਦੇ ਚਰਨਾਂ ਨੂੰ ਹੀ ਬਣਾਉਂਦੀ ਹੈ। ਸਤਿ ਸ੍ਰੀ ਅਕਾਲ। ਕਿਸੇ ਵੀ ਸੰਸਾਰੀ ਪਦਾਰਥ ਦੀ, ਸੰਸਾਰੀ ਜੀਵ ਦੀ, ਸੰਸਾਰੀ ਫਲਾਂ ਦੀ ਉਪਮਾ ਦੇ ਕੇ ਨਹੀਂ ਦੱਸਿਆ ਜਾ ਸਕਦਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਐਸੇ ਨੇ। ਤੇ ਸਾਹਿਬ ਦੇ ਜਿਹੜੇ ਇਹੋ ਜਿਹੇ ਚਰਨ ਨੇ ਆਨੰਦ ਦਾ ਮੂਲ। ਮਾਂ ਕਵੀ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਐਸੇ ਸੋਹਣਿਆਂ ਚਰਨਾਂ ਦੇ ਉੱਤੇ ਮੇਰੀ ਵੰਦਨਾ ਹੈ, ਨਮਸਕਾਰ ਹੈ। ਸ਼੍ਰੀ ਗੁਰੂ ਹਰਿ ਰਾਏ ਜੀ ਮੰਗਲ ਦੋਹਰਾ। ਸ਼੍ਰੀ ਸਤਿਗੁਰ ਹਰਿ ਰਾਏ ਕੇ ਨਾਏ ਧਿਆਏ ਅਗ ਜਾਏ। ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਸਿਮਰੋ। ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸ੍ਰੀ ਸਤਿਗੁਰ ਹਰਿ ਰਾਏ ਕੇ ਨਾਏ ਧਿਆਏ ਅਗ ਜਾਏ। ਜਿਹੜੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਿਮਰਦੇ ਨੇ, ਮਹਾਰਾਜ ਗੁਰੂ ਹਰਿ ਰਾਏ ਸਾਹਿਬ ਦਾ ਸਿਮਰਨ ਕਰਦੇ ਨੇ, ਸਿਮਰਨ ਕਰਦਿਆਂ ਹੀ ਉਹਨਾਂ ਦੇ ਸਾਰੇ ਪਾਪ ਦੂਰ ਹੋ ਜਾਂਦੇ ਨੇ। ਨਾਏ ਧਿਆਏ, ਉਹਨਾਂ ਦਾ ਨਾਂ ਧਿਆਈਏ, ਅਗ ਜਾਏ, ਪਾਪ ਦੂਰ ਹੋ ਜਾਂਦੇ ਨੇ। ਜਦੋਂ ਕਹੀਏ ਰਸਨਾ ਤੋਂ ਧੰਨ 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 ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ, ਇਹ ਧਿਆਉਂਦਿਆਂ ਹੀ ਪਾਪ ਦੂਰ ਹੋ ਜਾਂਦੇ ਹਨ। ਕਰ ਪਦ ਪਰ ਪ੍ਰਣਾਮ ਕੋ ਜਿਹ ਤੇ ਨਿਧ ਸਿਧ ਆਏ। ਮੈਂ ਹੱਥ ਜੋੜ ਕੇ ਪ੍ਰਣਾਮ ਕਰਦਾ ਹਾਂ ਸਤਿਗੁਰਾਂ ਦੇ ਚਰਨਾਂ ਤੇ, ਜਿਨ੍ਹਾਂ ਤੋਂ ਨਿਧੀਆਂ ਸਿੱਧੀਆਂ ਰਿੱਧੀਆਂ ਦਾਤਾਂ ਪ੍ਰਾਪਤ ਹੁੰਦੀਆਂ। ਐਸੇ ਗੁਰੂ ਹਰਿ ਰਾਏ ਸਾਹਿਬ ਦੇ ਚਰਨਾਂ ਤੇ ਮੈਂ ਪ੍ਰਣਾਮ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਸਵਈਆ ਪੰਕ ਵੇਖੈ ਬਸ ਤਾਰਸ ਮੈਂ, ਰਸ ਊਰਦ ਕੋ ਨਿਸ ਰਸ ਰਸੇਰੋ। ਕਹਿੰਦੇ ਕਮਲ ਦਾ ਫੁੱਲ ਚਿੱਕੜ ਵਿੱਚ ਉੱਗਿਆ, ਚਿੱਕੜ 'ਚ ਪੈਦਾ ਹੁੰਦਾ, ਚਿੱਕੜ 'ਚ ਉੱਗਿਆ, ਚਿੱਕੜ 'ਚ ਹੀ ਵਸਦਾ, ਫਿਰ ਪਾਣੀ ਤੋਂ ਉੱਪਰ ਨੂੰ ਚੱਲਿਆ। ਚਿੱਕੜ 'ਚ ਪੈਦਾ ਹੋ ਕੇ ਪਾਣੀ ਤੋਂ ਉੱਪਰ ਨੂੰ ਚੱਲਿਆ। ਇਹ ਉਹਦੀ ਤਪੱਸਿਆ ਕਮਲ ਦੇ ਫੁੱਲ ਦੀ, ਕਿ ਚਿੱਕੜ 'ਚ ਪੈਦਾ ਹੋ ਕੇ ਫਿਰ ਜਿਹੜਾ ਉਹਦੇ ਆਲੇ ਦੁਆਲੇ ਜਲ ਹੁੰਦਾ, ਉਸ ਜਲ ਤੋਂ ਪਾਣੀ ਤੋਂ ਉੱਪਰ ਨੂੰ ਉੱਠਦਾ ਹੈ। ਗਰੀਵ ਲੋ ਨੀਰ ਮੈਂ ਧੀਰ ਤਰੇ, ਇੱਕ ਪੈਰ ਖਰੋ ਥੇਰ ਹੋਇ ਰਵ ਹੇਰੋ। ਗਲੇ ਤੱਕ ਉਹਦੇ ਪਾਣੀ ਹੁੰਦਾ ਕਮਲ ਦੇ ਫੁੱਲ ਦੇ। ਕਮਲ ਦਾ ਫੁੱਲ ਉੱਤੇ ਹੁੰਦਾ ਪਾਣੀ ਦੇ, ਗਲੇ ਤੱਕ ਪਾਣੀ। ਇੱਕ ਪੈਰ ਹੁੰਦਾ ਥੱਲੇ, ਇੱਕੋ ਨਾਲੀ ਜੀ ਹੁੰਦੀ ਥੱਲੇ ਉਹਦੇ। ਇੱਕ ਪੈਰ ਤੇ ਖਲੋਤਾ ਹੈ, ਗਲੇ ਤੱਕ ਪਾਣੀ। ਤਪੱਸਿਆ ਹੀ ਹੋਈ ਨਾ, ਤਪੱਸਵੀ ਤਪ ਕਰਦੇ ਸੀ। ਇੱਕ ਪੈਰ ਤੇ ਖਲੋ ਕੇ ਗਲੇ ਤੱਕ ਪਾਣੀ ਵਿੱਚ ਖਲੋਣਾ, ਸਾਧਨਾ ਕਰਦੇ ਸੀ। ਕਹਿੰਦੇ ਕਮਲ ਦੇ ਫੁੱਲ ਦੀ ਵੀ ਕਿੰਨੀ ਤਪੱਸਿਆ। ਫਿਰ ਚਿੱਕੜ ਚੋਂ ਪੈਦਾ ਹੋ ਕੇ ਪਹਿਲਾਂ ਪਾਣੀ ਤੋਂ ਉੱਪਰ ਉੱਠਿਆ, ਫਿਰ ਇੱਕ ਲੱਤ ਦੇ ਉੱਤੇ ਖਲੋਤਾ ਰਿਹਾ, ਗਲੇ ਤੱਕ ਉਹਦੇ ਪਾਣੀ ਭਰਿਆ ਹੋਇਆ, ਤੇ ਸੂਰਜ ਵੱਲ ਵੇਖਦਾ। ਫਿਰ ਹਵੈ ਰਵ ਹੇਰੋ, ਫਿਰ ਹੋ ਕੇ ਖਲੋ ਕੇ ਸੂਰਜ ਵੱਲ ਵੇਖਦਾ ਹੈ। ਆਤਪ ਸੀਤ ਸਹਿ ਬਰਖਾ ਤਪ ਸਾਧਤ ਆ ਬਿਦ ਕਰੂਰ ਕਨੇਰੋ। ਸਰੀਰ ਤੇ ਧੁੱਪ ਚ ਚੱਲਦਾ, ਸੀਤ ਸਰਦੀ ਆਉਂਦੀ ਉਹ ਚੱਲਦਾ, ਮੀਂਹ ਆਉਂਦਾ ਉਹਨੂੰ ਚੱਲਦਾ। ਏਦਾਂ ਬੜੀ ਭਾਰੀ ਤਪੱਸਿਆ ਸਾਧਦਾ ਹੈ ਉਹ ਕਮਲ ਦਾ ਫੁੱਲ। ਤਪ ਸਾਧਤ ਜਾਂ ਭੇਦ ਕਰੂਰ ਕਨ, ਬੜੀ ਕਰੂਰ ਤਪੱਸਿਆ ਕੀਤੀ ਉਹਨੇ ਕਮਲ ਦੇ ਫੁੱਲ ਨੇ, ਬੜੀ ਕਰੜੀ ਸਾਧਨਾ ਕੀਤੀ। ਸ੍ਰੀ ਹਰਿ ਰਾਏ ਕੇ ਪਾਏ ਸਮਾਨ ਤਾ ਪਾਏ ਨਾ ਕੰਜਿਓ ਪਾਏ ਬਤੇਰੋ। ਕਹਿੰਦੇ ਇੰਨੀ ਸਾਧਨਾ ਕਰਕੇ, ਇੰਨੀ ਤਪੱਸਿਆ ਕਰਕੇ ਵੀ ਕਮਲ ਦਾ ਫੁੱਲ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਚਰਨਾਂ ਦੀ ਬਰਾਬਰੀ ਨਹੀਂ ਕਰ ਸਕਿਆ। ਇੰਨੀ ਤਪੱਸਿਆ ਕਰਕੇ ਵੀ, ਭਾਵੇਂ ਬੜੇ ਉਪਾਅ ਕੀਤੇ ਉਹਨੇ, ਬੜੀ ਤਪੱਸਿਆ ਕੀਤੀ,
ਪਰ ਮਹਾਰਾਜ ਜੀ ਦੇ ਚਰਨਾਂ ਦੇ ਬਰਾਬਰ ਨਹੀਂ ਹੋ ਸਕਿਆ। ਕਿਉਂ ਨਹੀਂ ਹੋ ਸਕਿਆ? ਕੱਲ ਵੀ ਆਪ ਜੀ ਨੇ ਸੁਣਿਆ ਕਿ ਕਮਲ ਦੇ ਫੁੱਲ ਵਿੱਚ ਇੰਨੇ ਤੇ ਔਗਣ ਨੇ, ਤੇ ਗੁਰੂ ਸਾਹਿਬ ਦੇ ਚਰਨ ਉਹ ਗੁਣਾਂ ਦਾ ਸਾਗਰ ਨੇ, ਕਿਵੇਂ ਬਰਾਬਰ ਹੋਵੇ ਕਮਲ ਦਾ ਫੁੱਲ? ਹਾਂਜੀ। ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮੰਗਲ ਦੋਹਰਾ, ਦਰਸ਼ਨ ਸ਼੍ਰੀ ਹਰਿਕ੍ਰਿਸ਼ਨ ਕੋ ਨਿਪੁੰਨ ਹਰਨ ਜੁਰ ਤੀਨ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, 8ਵੇਂ ਗੁਰਦੇਵ ਬਾਲਾ ਪ੍ਰੀਤਮ ਸਤਿਗੁਰੂ ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਐਸੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ 3 ਤਾਪਾਂ ਦੀ ਨਿਵਰਤੀ ਹੋ ਜਾਂਦੀ ਹੈ। ਦੁਬਾਰਾ ਪੜੋ ਪੰਕਤੀ ਜੀ। ਦਰਸ਼ਨ ਸ਼੍ਰੀ ਹਰਿਕ੍ਰਿਸ਼ਨ ਕੋ ਨਿਪੁੰਨ ਹਰਨ ਜੁਰ ਤੀਨ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਨਿਪੁੰਨ ਹਨ 3 ਜ਼ਵਰਾਂ ਨੂੰ, ਤਾਪਾਂ ਨੂੰ ਨਿਵਾਰਨ ਵਿੱਚ। 3 ਤਾਪ ਕਿਹੜੇ ਨੇ? ਆਧੀ, ਵਿਆਧੀ, ਉਪਾਧੀ। 3 ਤਾਪਾਂ ਨੂੰ ਨਿਵਾਰਨ ਵਿੱਚ ਨਿਪੁੰਨ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ। ਚਰਨ ਮਨੋਹਰ ਬੰਦਨਾ, ਜਿਨ ਸਿੱਖਨ ਸੁਖ ਕੀਨ। ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲ ਜੋ ਮਨੋਹਰ ਨੇ, ਮਨ ਨੂੰ ਹਰ ਲੈਂਦੇ ਨੇ, ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਸੁਖ ਦਿੱਤੇ ਨੇ, ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸੋਹਣਿਆਂ ਸੁੰਦਰਾਂ ਪਵਿੱਤਰ ਚਰਨਾਂ ਦੇ ਉੱਤੇ ਮੈਂ ਨਮਸਕਾਰ ਕਰਦਾ ਹਾਂ, ਵੰਦਨਾ ਕਰਦਾ ਹਾਂ। ਕਬਿਤ ਅਮਲ ਕਮਲ ਜੋਗ ਅਰੁਣ ਲਲਿਤ ਭਲ। ਕਹਿੰਦੇ ਜਿਵੇਂ ਕਮਲ ਦਾ ਫੁੱਲ ਅਮਲ ਹੁੰਦਾ, ਮੈਲ ਰਹਿਤ ਨਿਰਮਲ ਹੁੰਦਾ, ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਨ ਨੇ, ਅਮਲ ਬੜੇ ਸੁੰਦਰ, ਫਿਰ ਲਾਲ, ਉਹਦੇ ਚ ਲਾਲੀ ਵੀ ਹੈ। ਮਹਾਰਾਜ ਜੀ ਦੇ ਚਰਨ ਵੀ ਸੁੰਦਰ ਲਲਿਤ ਲਾਲ ਹਨ। ਤਾਂ ਕੇ ਦਲ ਅਵਲੀ ਸੋ ਹੀਰਨ ਕੀ ਜਟੀ ਸੀ। ਜਾਂ ਇਦਾਂ ਕਹਿ ਲਈਏ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੇ ਉੱਤੇ ਜਿਹੜੇ ਨਖੂਨ ਨੇ ਨਾ, ਉਹ ਲਾਲ ਨੇ, ਬੜੇ ਸੁੰਦਰ ਕੀਮਤੀ। ਜਾਂ ਇਦਾਂ ਕਹਿ ਲਈਏ ਵੀ ਹੀਰੇ ਨਹੀਂ ਹੁੰਦੇ, ਮਾਨੋ ਜਿਵੇਂ ਹੀਰਿਆਂ ਦੀ ਲੜੀ ਪਰੋ ਕੇ ਰੱਖੀ ਹੋਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣਾ ਧਿਆਨ ਲੈ ਚਲੋ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੇ ਦਰਸ਼ਨ ਕਰਾ ਰਹੇ ਨੇ ਮਾਂ ਕਵੀ ਜੀ। ਕਰੋ ਜੀ ਦਰਸ਼ਨ। 8ਵੇਂ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਜਿਹੜੇ 9 ਨੇ, ਏਦਾਂ ਨੇ ਜਿਵੇਂ ਹੀਰਿਆਂ ਦੀ ਲੜੀ ਲੱਗੀ ਹੁੰਦੀ ਹੈ। ਹੀਰਨ ਕੀ ਜਟੀ ਸੀ, ਏਦਾਂ ਜਾਪਦਾ ਜਿਵੇਂ ਹੀਰਿਆਂ ਦੀ ਜੜਾਊ ਇੱਕ ਲੜੀ ਜਿਹੜੀ ਹੈ ਉਹ ਲੱਗੀ ਹੋਵੇ। ਕਿਦੋਂ ਉੱਡ ਪਾਤ ਹਿਤ ਆਪ ਚਿਤ ਲੋਕ ਮਾਤ। ਜਾਂ ਏਦਾਂ ਕਹਿ ਲਈਏ ਕਿ ਆਕਾਸ਼ ਵਿੱਚ ਜਿਹੜੇ ਚਮਕਦੇ ਤਾਰੇ ਨੇ, ਉਹਨਾਂ ਤਾਰਿਆਂ ਦੇ ਮਨ 'ਚ ਆਈ ਕਿ ਅਸੀਂ ਮਾਤ ਲੋਕ ਦੀ ਧਰਤੀ ਤੇ ਜਾ ਕੇ ਆਪਣਾ ਭਲਾ ਕਰ ਲਈਏ, ਆਪਣਾ ਆਪ ਸਫਲ ਕਰ ਲਈਏ। ਤੇ ਉਹ ਤਾਰੇ ਇਸ ਧਰਤੀ ਤੇ ਆਪਣਾ ਆਪ ਸਫਲ ਕਿਵੇਂ ਕਰਨ ਆਏ ਨੇ? ਦੱਸਦੇ ਨੇ ਤਜੀ ਨਭ ਗਤ ਥਿਤ ਐਸੀ ਬਿਦ ਠਟੀ ਸੀ। ਉਹ ਆਕਾਸ਼ ਨੂੰ ਛੱਡ ਕੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੇ ਨੋਹਾਂ ਵਿੱਚ ਆ ਕੇ ਬਿਰਾਜਮਾਨ ਹੋ ਗਏ ਨੇ। ਆਖੋ ਸਤਿ ਸ੍ਰੀ ਅਕਾਲ। ਵੀ ਤਾਰਿਆਂ ਦੇ ਮਨ ਚ ਆਈ ਵੀ ਅਸੀਂ ਸਫਲੇ ਹੋ ਜਾਈਏ, ਸਫਲੇ ਹੋਣ ਲਈ ਮਾਤ ਲੋਕ ਚ ਜਾਈਏ, ਤੇ ਜਾਈਏ ਕਿੱਥੇ? ਕਹਿੰਦੇ ਇਕੱਠੇ ਹੋਏ, ਇਕੱਠੇ ਹੋ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜਿਹੜੇ ਨਖੂਨ ਨੇ ਨਾ, ਬੜੇ ਸੁੰਦਰ ਬਾਲ ਰੂਪ ਵਿੱਚ ਨੇ ਨਾ ਸਤਿਗੁਰੂ, ਉਹਨਾਂ ਨੋਹਾਂ ਦੇ ਉੱਤੇ ਉਹ ਤਾਰੇ ਸਾਰੇ ਆ ਕੇ ਟਿਕ ਗਏ। ਉਹ ਮਾਨੋ ਤਾਰੇ ਹੀ ਨੇ ਸਾਰੇ, ਚਮਕਣ ਵਾਲੇ, ਬੜੇ ਸੁੰਦਰ। ਉਹ ਆਪਣਾ ਭਲਾ ਕਰ ਰਹੇ ਨੇ। ਕਿਦੋਂ ਵਿਸ਼ਵਕਰਮਾ ਨੇ ਸ਼ੇਖ ਤੇ ਮਨੇ ਨਲੇ। ਜਾਂ ਇਸ ਤਰ੍ਹਾਂ ਕਹਿ ਲਈਏ ਜਿਹੜਾ ਕਾਰੀਗਰਤਾ ਦਾ ਦੇਵਤਾ ਮੰਨਿਆ ਜਾਂਦਾ ਵਿਸ਼ਵਕਰਮਾ, ਕਹਿੰਦੇ ਵਿਸ਼ਵਕਰਮਾ ਭਗਵਾਨ ਨੇ ਸ਼ੇਸ਼ ਨਾਗ ਦੇ ਕੋਲ ਉਹਦੀਆਂ ਮਣੀਆਂ ਖੋਹ ਲਈਆਂ। ਸ਼ੇਸ਼ ਨਾਗ ਕੋਲ ਮਣੀਆਂ ਹੁੰਦੀਆਂ ਨੇ ਨਾ, ਕਹਿੰਦੇ ਉਹਦੀਆਂ ਮਣੀਆਂ ਲੈ ਲਈਆਂ। ਲਿਆਓ ਸ਼ੇਸ਼ ਨਾਗ, ਆ ਤੇਰੀਆਂ ਮਣੀਆਂ ਉਰੇ ਕਰ। ਵਿਸ਼ਵਕਰਮਾ ਨੇ ਉਹ ਮਣੀਆਂ ਲੈ ਕੇ ਕਾਂਤ ਹਿਤ ਖਚੀ ਬਸੈ ਰਮਾ ਸਾਜ ਕੁੱਟੀ ਸੀ। ਕਹਿੰਦੇ ਉਹ ਮਣੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੇ ਨੋਹਾਂ ਤੇ ਲਾ ਦਿੱਤੀਆਂ। ਸ਼ੇਸ਼ਨਾਗ ਕੋਲ ਮਣੀਆਂ ਖੋਈਆਂ ਵੀ, ਲਿਆ ਬਈ ਤੇਰੇ ਕੋਲ ਇਹਨਾਂ ਦਾ ਕੀ ਕੰਮ, ਤੂੰ ਤੈਂ ਕੀ ਕਰਦੀਆਂ ਨੇ? ਲੈ ਕੇ ਉਹ ਮਣੀਆਂ, ਵੇਖੋ ਇਹਨੂੰ ਕਹਿੰਦੇ ਨੇ ਉਪਮਾ ਅਲੰਕਾਰ, ਉਪਮਾ ਹੋ ਰਹੀ ਹੈ। ਤੇ ਉਹ ਮਣੀਆਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਜੜ ਦਿੱਤੀਆਂ। ਕਾਂਤ ਹਿਤ ਖਚੀ ਬਸੈ ਰਮਾ ਸਾਜ ਕੁਟੀ ਸੀ। ਉਹ ਰਚ ਕੇ ਨਾ ਵਿਸ਼ਵਕਰਮਾ ਨੇ ਮਾਨੋ ਜਿਹੜੀ ਰਮਾ ਲక్ష్ਮੀ ਹੈ ਉਹਦੀ ਕੁਟੀਆ ਬਣਾ ਦਿੱਤੀ ਹੈ,
ਰਹਿਣ ਵਾਸਤੇ ਕਿ ਹੇ ਲక్ష్ਮੀ ਆ ਵੇਖ ਮੈਂ ਤੇਰੇ ਰਹਿਣ ਨੂੰ ਜਗ੍ਹਾ ਬਣਾ ਦਿੱਤੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਸ਼ੇਸ਼ਨਾਗ ਦੀ ਮਣੀਆਂ ਦਾ ਘਰ ਬਣਾ ਦਿੱਤਾ, ਤੂੰ ਸਤਿਗੁਰਾਂ ਦੇ ਚਰਨਾਂ 'ਚ ਇੱਥੇ ਹੀ ਰਹਿਣਾ, ਕਿਉਂਕਿ ਲక్ష్ਮੀ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਰਹਿੰਦੀ। ਲక్ష్ਮੀ ਖੜੀ ਤਾਂ ਕੇ ਦਰਬਾਰਾ, ਜੀ ਦਰਬਾਰਨ ਮੈਂ ਤੇਰੋ ਦਰਬਾਰਾ, ਲక్ష్ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੈ ਨਮਸਕਾਰਾ। ਇਹ ਮਹਾਰਾਜ ਜੀ ਦੇ ਦਰਬਾਰ ਦੀ ਸੋਭਾ ਹੈ। ਸਤਿਗੁਰਾਂ ਦੇ ਚਰਨਾਂ 'ਚ ਰਹਿਣ ਨੂੰ ਕੁਟੀਆ ਬਣਾ ਦਿੱਤੀ ਹੈ ਵੀ ਲੈ ਲక్ష్ਮੀ ਤੂੰ ਮਹਾਰਾਜ ਜੀ ਦੇ ਚਰਨਾਂ 'ਚ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਇੱਥੇ ਰਹਿਣਾ ਹੈ। ਚਰਨ ਕਮਲ ਹਰ ਕ੍ਰਿਸ਼ਨ ਅਨੂਪ ਬਨੇ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨ ਕਮਲ ਅਨੂਪ ਹਨ, ਉਪਮਾ ਨਹੀਂ ਆਉਂਦੀ। ਨਖ ਸ਼ਸ਼ ਸਕਲ ਸੇ ਉਪਮਾ ਨ ਲਟੀ ਸੀ। ਕਹਿੰਦੇ ਜੇ ਮੈਂ ਕਹਾਂ ਵੀ ਜਿਹੜੇ ਚਰਨਾਂ ਦੇ ਉੱਤੇ ਨੋਹ ਨੇ, ਉਹ ਮੰਨ ਲਓ ਜਿਵੇਂ ਚੰਦਰਮਾ ਨੂੰ ਟੋਟੇ ਕਰਕੇ ਨਾ ਨਿੱਕੇ ਨਿੱਕੇ ਟੁਕੜੀਆਂ ਉਹਦੀਆਂ ਫਾੜੀਆਂ ਬਣਾ ਕੇ ਚਰਨਾਂ ਤੇ ਲਾਈਆਂ ਹੋਈਆਂ। ਕਹਿੰਦੇ ਜੇ ਮੈਂ ਇਹ ਉਪਮਾ ਦਿਆਂ ਕਿ ਚੰਦਰਮਾ ਦੀਆਂ ਫਾੜੀਆਂ ਜੀਆਂ ਬਣਾ ਕੇ ਨਾ ਨਿੱਕੀਆਂ ਨਿੱਕੀਆਂ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਨੋਹਾਂ ਤੇ ਲਾਈਆਂ ਹੋਈਆਂ ਨੇ, ਕਹਿੰਦੇ ਤਾਂ ਵੀ ਉਪਮਾ ਘੱਟ ਹੈ, ਕਿਉਂਕਿ ਚੰਦਰਮਾ ਵਿੱਚ ਤਾਂ ਕਲੰਕ ਲੱਗਾ ਹੋਇਆ ਤੇ ਮੇਰੇ ਸਾਹਿਬ ਦੇ ਚਰਨ ਨਿਸ਼ਕਲੰਕ ਹਨ। ਮੈਂ ਕੀ ਉਪਮਾ ਕਰਾਂ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਕੀ ਉਪਮਾ ਕਰੀਏ ਮੇਰੇ ਸਾਹਿਬ ਦੀ, ਕਹੀ ਨਹੀਂ ਜਾਂਦੀ। ਜੇ ਕੋਈ ਉਪਮਾ ਕਰਨ ਲੱਗੀਏ ਤੇ ਉਹਦੇ ਵਿੱਚ ਜਿਹਦੀ ਉਪਮਾ ਦੇਈਦੀ ਆ ਉਹਦੇ 'ਚ ਘਾਟਾ ਨਜ਼ਰ ਆਉਣ ਲੱਗ ਪੈਂਦਾ। ਹਾਂਜੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਮੰਗਲ ਦੋਹਰਾ। ਤੇਗ ਬਹਾਦਰ ਧਰਮ ਤੁਜ ਹਰਤਾ ਤੁਰਕਨ ਮੂਲ। ਜਿਨ੍ਹਾਂ ਦੇ ਸੋਹਣੇ ਸੱਚਖੰਡ ਦਰਬਾਰ ਵਿੱਚ ਸੱਜ ਬੈਠੇ ਆ, ਜਗਤ ਗੁਰੂ ਤੇਗ ਬਹਾਦਰ ਸਿਮਰਿਆ ਕਰ ਨੌ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ। ਕੈਸੇ ਨੇ ਸਤਿਗੁਰੂ ਤੇਗ ਬਹਾਦਰ ਧਰਮ ਤੁਜ ਹਰਤਾ ਤੁਰਕਨ ਬੂਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਦੀ ਤੁਜਾ ਹਨ। ਕਿਸੇ ਆਖਿਆ ਧਰਮ ਦੇ ਦਰਸ਼ਨ ਕਰਨੇ ਨੇ। ਜੇ ਇੱਕ ਜਗ੍ਹਾ ਤੇ ਧਰਮ ਦੇ ਨਿਸ਼ਾਨ ਨੂੰ ਵੇਖਣਾ ਤੇ ਕਿਸ ਨੂੰ ਵੇਖੀਏ ਤਾਂ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਧਰਮ ਦਾ ਨਿਸ਼ਾਨ, ਧਰਮ ਦੀ ਚਾਦਰ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ। ਸਤਿ ਸ੍ਰੀ ਅਕਾਲ। ਜਿਹੜੇ ਤੁਰਕ ਮਲੇਛ ਬਣ ਕੇ ਜਰਵਾਣੇ ਬਣ ਕੇ ਜ਼ੁਲਮ ਕਰ ਰਹੇ ਸੀ, ਉਹਨਾਂ ਮਲੇਛਾਂ ਦੀ ਜੜ, ਉਸ ਜੜ ਨੂੰ ਹਰਨ ਵਾਲੇ, ਉਸ ਜੜ ਨੂੰ ਕੱਟਣ ਵਾਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਹਨ। ਚਰਨ ਸ਼ਰਨ ਤਾਰਨ ਤਰਨ ਨਮੋ ਹੋਏ ਅਨਕੂਲ। ਸਤਿਗੁਰੂ ਜੀ ਦੇ ਸੋਹਣੇ ਚਰਨਾਂ ਦੀ ਸ਼ਰਨ ਵਿੱਚ ਮੈਂ ਪੈਂਦਾ ਹਾਂ, ਜੋ ਤਰਨ ਤੇ ਤਾਰਨ, ਜਹਾਜ਼ ਵਾਂਗੂ ਤਾਰਨ ਦੀ ਸਮਰੱਥਾ ਰੱਖਦੇ ਨੇ। ਨੌਵੇਂ ਪਾਤਸ਼ਾਹ ਦੇ ਇਹੋ ਜਿਹੇ ਸੋਹਣਿਆਂ ਜਿਹਾ ਚਰਨਾਂ ਦੇ ਉੱਤੇ, ਸੁੰਦਰ ਜੇ ਚਰਨਾਂ ਦੇ ਉੱਤੇ ਮੇਰੀ ਨਮਸਕਾਰ ਹੈ। ਨਮੋ ਹੋਏ ਅਨਕੂਲ। ਮੈਂ ਅਨਕੂਲ ਅਧੀਨ ਹੋ ਕੇ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ, ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਸਵਈਆ ਬਰਕੀਰਤ ਜੋਨ ਅਮੀਗਤ ਭੌਨ ਸੋ ਸੀਤਲਤਾ ਸੁਖ ਤੌਨ ਸੁਭਾਈ। ਸਤਿਗੁਰਾਂ ਦੇ ਚਰਨਾਂ ਨੂੰ ਤਸਬੀਹ ਦਿੰਦੇ ਨੇ ਚੰਦਰਮਾ ਨਾਲ। ਕਹਿੰਦੇ ਚੰਦਰਮਾ ਦੇ ਵਿੱਚ ਉਹਦੀ ਕ੍ਰਾਂਤੀ ਹੁੰਦੀ, ਪ੍ਰਕਾਸ਼ ਹੁੰਦਾ। ਏਦਾਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਸੋਹਣੇ ਸਵਰੂਪ ਨੇ, ਚਰਨ ਨੇ, ਉਹਨਾਂ ਵਿੱਚ ਜਿਹੜੀ ਸਤਿਗੁਰਾਂ ਦੀ ਕੀਰਤੀ ਹੈ, ਉਹ ਕਹਿੰਦੇ ਇਸ ਤਰ੍ਹਾਂ ਜਾਣ ਲਈਏ, ਮੰਨ ਲਓ ਵੀ ਜਿਵੇਂ ਅੰਮ੍ਰਿਤ ਹੋਵੇ। ਚੰਦਰਮਾ ਵਿੱਚ ਸ਼ੀਤਲਤਾ ਹੁੰਦੀ ਹੈ, ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜਿਹੜੇ ਸੁੱਖ ਨੇ, ਆਪਣੇ ਸਿੱਖਾਂ ਨੂੰ ਜਿਹੜੇ ਸੁੱਖ ਦਿੰਦੇ ਆ, ਉਹ ਸੁੱਖ ਮਾਨੋ ਨੌਵੇਂ ਪਾਤਸ਼ਾਹ ਦੇ ਚਰਨ ਕਮਲਾਂ ਰੂਪੀ ਚੰਦਰਮਾ ਦੇ ਵਿੱਚ ਚਾਂਦਨ ਸ਼ੀਤਲਤਾ ਬਣ ਕੇ ਸੁਖ ਬਿਰਾਜਮਾਨ ਸੋਭਨੀਕ ਹੋ ਰਹੇ ਨੇ। ਗਤ ਸਾਧਨ ਕੈਰਵ ਕੋ ਬੇਗ ਸਾਵਤ। ਜਿਵੇਂ ਚੰਦਰਮਾ ਚੜ੍ਹਦਾ ਤੇ ਕਮੁਦ ਦੇ ਫੁੱਲ ਹੁੰਦੇ, ਜਿਹਨਾਂ ਕੈਰਵਾਂ ਦੇ ਫੁੱਲ ਵੀ ਕਹਿ ਦਿੰਦੇ ਆ, ਉਹ ਰਾਤ ਨੂੰ ਖਿੜਦੇ ਚੰਦਰਮਾ ਨੂੰ ਵੇਖ ਕੇ। ਕਮੁਦਾਂ
ਉਹ ਖਿੜ ਜਾਂਦੀਆਂ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨ ਵੇਖ ਕੇ ਜਿਹੜੇ ਸਾਧਕ ਨੇ ਨਾ, ਸਾਧਕ, ਉਹਨਾਂ ਦੇ ਹਿਰਦੇ ਖਿੜ ਜਾਂਦੇ ਆ। ਉਹ ਉਸ ਕਮੁੱਦਾਂ ਦੇ ਫੁੱਲ ਵਾਂਗੂ ਉਹਨਾਂ ਅੰਦਰ ਖੇੜਾ ਆ ਜਾਂਦਾ ਹੈ। ਦਾਸ ਰਿਦਾ ਨਭ ਬੀਚ ਸੁਹਾਈ। ਕਹਿੰਦੇ ਜਿਹੜਾ ਚੰਨ ਹੈ ਇਹ ਆਕਾਸ਼ ਵਿੱਚ ਸੋਭਦਾ, ਤੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਰੂਪੀ ਚੰਨ, ਮਹਾਰਾਜ ਜੀ ਦੇ ਚਰਨ, ਇਹ ਕਿੱਥੇ ਸੋਭਦੇ ਆ ਭਲਾ? ਕੋਈ ਪੁੱਛੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੇ ਚਰਨ ਕਿੱਥੇ ਵਸਦੇ ਨੇ, ਤੇ ਮਾਂ ਕਵੀ ਜੀ ਕਹਿੰਦੇ ਉਹਨਾਂ ਦੇ ਦਾਸਾਂ ਦੇ ਹਿਰਦਿਆਂ ਦੇ ਆਕਾਸ਼ ਵਿੱਚ ਸੋਭਦੇ ਹਨ। ਦਾਸ ਰਿਧਾ ਨਭ ਬੀਚ ਸੁਹਾਈ। ਦਾਸਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਨੌਵੇਂ ਪਾਤਸ਼ਾਹ ਦੇ ਚਰਨ ਸ਼ੋਭਨੀਕ ਹੁੰਦੇ ਆ। ਜਿਵੇਂ ਚੰਨ ਆਕਾਸ਼ ਵਿੱਚ ਸੋਭਦਾ, ਏਦਾਂ ਨੌਵੇਂ ਪਾਤਸ਼ਾਹ ਦੇ ਚਰਨ ਉਹਨਾਂ ਦੇ ਦਾਸਾਂ ਦੇ ਹਿਰਦਿਆਂ ਵਿੱਚ ਸੋਭਦੇ ਨੇ, ਵਸਦੇ ਨੇ। ਤਪਤੰ ਦੁਖ ਤੀਰ ਨਾ ਆਵਤ ਹੈ। ਕਹਿੰਦੇ ਜਿਵੇਂ ਚੰਨ ਦੇ ਨੇੜੇ ਤਪਸ਼ ਨਹੀਂ ਆਉਂਦੀ, ਏਦਾਂ ਨੌਵੇਂ ਪਾਤਸ਼ਾਹ ਦੇ ਚਰਨਾਂ ਦੇ ਦਰਸ਼ਨ ਕਰੀਏ ਤੇ ਦੁੱਖ ਨੇੜੇ ਨਹੀਂ ਆਉਂਦੇ। ਜਿਵੇਂ ਚੰਨ ਦੇ ਨੇੜੇ ਤਪਸ਼ ਨਹੀਂ ਆਉਂਦੀ, ਏਦਾਂ ਨੌਵੇਂ ਪਾਤਸ਼ਾਹ ਦੇ ਚਰਨਾਂ ਦੇ ਨੇੜੇ ਦੁੱਖ ਨਹੀਂ ਆਉਂਦੇ। ਚਿਤ ਚਾਰ ਚਕੋਰ ਰਹਿ ਲਿਵ ਲਾਈ। ਉਹ ਚੰਨ ਨੂੰ ਚਕੋਰਾਂ ਵੇਖਦੀਆਂ ਲਿਵ ਲਾ ਕੇ, ਤੇ ਨੌਵੇਂ ਪਾਤਸ਼ਾਹ ਦੇ ਚਰਨ ਰੂਪੀ ਚੰਨਾਂ ਨੂੰ ਗੁਰਸਿੱਖ ਚਕੋਰ ਬਣ ਕੇ ਲਿਵ ਤਾਰ ਲਾ ਕੇ ਵੇਖਦੇ ਆ। ਗੁਰਸਿੱਖ ਚਕੋਰ ਨੇ ਤੇ ਨੌਵੇਂ ਪਾਤਸ਼ਾਹ ਦੇ ਚਰਨ ਚੰਨ ਹਨ। ਉਸ ਚੰਨ ਨੂੰ ਵੇਖ ਕੇ, ਚਰਨਾਂ ਨੂੰ ਵੇਖ ਕੇ ਗੁਰਸਿੱਖ ਆਪਣੀ ਲਿਵ ਲਾਈ ਬੈਠੇ ਹਨ। ਗੁਰ ਤੇਗ ਬਹਾਦਰ ਸੋਹਤ ਚੰਦ ਸੇ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੀ ਆਖੀਏ ਵੀ ਚੰਦ ਵਰਗੇ ਨੇ, ਚੰਦਰਮਾ ਦੇ ਸਮਾਨ ਨੇ। ਫਿਰ ਅੱਗੇ ਦੱਸਦੇ ਨੇ ਹੀਨ ਕਲੰਕ ਇਹੀ ਅਦਕਾਈ। ਕਹਿੰਦੇ ਹਾਂ ਕਹਿ ਲੋ ਚੰਨ ਵਰਗੇ ਨੇ, ਪਰ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਚੰਨ ਨਾਲੋਂ ਵੱਧ ਵਧੇਕ ਸੁਖਦਾਈ ਨੇ। ਕਿਉਂ? ਕਿਉਂਕਿ ਚੰਨ 'ਚ ਕਲੰਕ ਹੈ ਤੇ ਨੌਵੇਂ ਪਾਤਸ਼ਾਹ ਦੇ ਦਰਸ਼ਨ ਨਿਸ਼ਕਲੰਕ ਹਨ। ਚੰਨ 'ਚ ਕਹਿੰਦੇ ਜੇ ਚੰਨ ਵਾਂਗੂ ਕਹਿ ਵੀ ਲਓ ਵੀ ਚੰਦਰਮਾ ਵਰਗੇ ਨੇ ਦਰਸ਼ਨ, ਕਹਿੰਦੇ ਵਾਧਾ ਕੀ ਹੈ ਫਿਰ ਸਤਿਗੁਰਾਂ ਦੇ ਦਰਸ਼ਨਾਂ ਵਿੱਚ ਚੰਨ ਨਾਲੋਂ? ਕਹਿੰਦੇ ਵਾਧਾ ਇਹ ਹੈ ਕਿ ਇਹ ਜਿਹੜਾ ਚੰਦਰਮਾ ਜਿਹੜਾ ਆਕਾਸ਼ 'ਚ ਚਮਕਦਾ ਪੁੰਨਿਆਂ ਨੂੰ, ਇਹਦੇ 'ਚ ਧੱਬੇ ਨੇ, ਇਹਦੇ 'ਚ ਦਾਗ ਨੇ, ਇਹਦੇ 'ਚ ਕਲੰਕ ਨੇ। ਪਰ ਨੌਵੇਂ ਪਾਤਸ਼ਾਹ ਜੀ ਦੇ ਸੋਹਣੇ ਚੰਨ ਜੈਸੇ ਸਵਰੂਪ ਵਿੱਚ ਕੋਈ ਕਲੰਕ ਨਹੀਂ। ਸਤਿਗੁਰਾਂ ਦੇ ਦਰਸ਼ਨ ਨਿਸ਼ਕਲੰਕ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਗਲ ਸਵਈਆ। ਹਰ ਗੋਬਿੰਦ ਨੰਦਨ ਨੰਦਨ ਕੋ। ਸੁਣੋ ਕਵਿਤਾ, ਇਹਨੂੰ ਕਹਿੰਦੇ ਆ ਕਵਿਤਾ। ਏਦਾਂ ਹੀ ਨਹੀਂ ਮਹਾਂ ਕਵੀ ਕਹਿੰਦੇ ਪੰਥ ਨੇ, ਮਹਾਂ ਕਵੀ ਦਾ ਖਿਤਾਬ ਦਿੱਤਾ ਭਾਈ ਸੰਤੋਖ ਸਿੰਘ ਜੀ ਨੂੰ, ਮਹਾਕਵੀ। ਹਰ ਗੋਬਿੰਦ ਨੰਦਨ ਨੰਦਨ ਕੋ ਅਭ ਬੰਦਨ ਕਾ ਪਦ ਜੇ ਅਰਬਿੰਦੂ। ਹਰ ਗੋਬਿੰਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਨੰਦਨ ਉਹਨਾਂ ਦੇ ਪੁੱਤਰ, ਗੁਰੂ ਹਰਗੋਬਿੰਦ ਸਾਹਿਬ ਦੇ ਨੰਦਨ ਪੁੱਤਰ ਕੌਣ ਨੇ? ਧੰਨ ਗੁਰੂ ਤੇਗ ਬਹਾਦਰ ਸਾਹਿਬ। ਨੰਦਨ ਨੰਦਨ ਫਿਰ ਦੂਜੀ ਵਾਰ ਵਰਤਿਆ ਨੰਦਨ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਨੰਦ, ਉਹਨਾਂ ਦੇ ਪੁੱਤਰ ਕੌਣ? ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਤਿਨਾਂ ਦੇ ਚਰਨ ਕਮਲ ਅਰਬਿੰਦੂ, ਜੋ ਚਰਨ ਕਮਲ ਹਨ, ਉਹਨਾਂ ਤੇ ਮੈਂ ਵੰਦਨਾ ਕਰਦਾ। ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਦੇ ਚਰਨਾਂ ਤੇ, ਯਾਨੀ ਕਿ 6ਵੇਂ ਪਾਤਸ਼ਾਹ ਦੇ ਪੋਤਰੇ ਦੇ ਚਰਨਾਂ ਤੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੇ ਮੈਂ ਵੰਦਨਾ ਕਰਦਾ ਹਾਂ। ਬਾਜਾਂ ਵਾਲੇ ਤਾਜਾਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੈਂ ਵੰਦਨਾ ਕਰਦਾ ਹਾਂ। ਦੁਖ ਦੁੰਦਨ ਕੰਦਨ ਆਨੰਦ ਕੰਦ। ਦੁੱਖਾਂ ਦਾ ਨਾਸ਼ ਕਰਨ ਵਾਲੇ ਨੇ 10ਵੇਂ ਪਾਤਸ਼ਾਹ ਦੇ ਸਰੂਪ ਦੇ ਦਰਸ਼ਨ। ਦੁਖ ਦੁੰਦਨ ਕੰਦਨ ਆਨੰਦ ਕੰਦ। ਗੁਰੂ ਕਲਗੀਧਰ ਦੇ ਚਰਨ ਦੁੱਖਾਂ ਦਾ ਨਾਸ਼ ਕਰਨ ਵਾਲੇ ਨੇ ਔਰ ਆਨੰਦ ਦਾ ਮੂਲ ਹਨ, ਆਨੰਦ ਦੇ ਦਾਨ ਦੇਣ ਵਾਲੇ ਹਨ। ਮੁਕੰਦ ਬੇਲੰਦ ਕਰੇ ਜਿਨ ਹਿੰਦੂ। ਜਿਨ੍ਹਾਂ ਨੇ ਹਿੰਦੁਸਤਾਨ ਦੇ ਹਜ਼ਾਰਾਂ ਹਿੰਦੂਆਂ ਨੂੰ ਮੁਕਤ ਕੀਤਾ,
ਉਹਨਾਂ ਦੇ ਡਰ ਤੋਂ, ਜਿਹੜੇ ਦਹਿਸ਼ਤ ਵਿੱਚ ਜੀਵਦੇ ਸੀ, ਜਿਨ੍ਹਾਂ ਦੇ ਧਰਮ ਸਥਾਨ ਢਾਏ ਜਾ ਰਹੇ ਸੀ, ਜਿਨ੍ਹਾਂ ਦੇ ਜਨੇਊ ਲਾਏ ਜਾ ਰਹੇ ਸੀ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਛੰਦ ਮੁਕਤੀ ਦਾ ਦਾਨ ਦਿੱਤਾ, ਉਹਨਾਂ ਨੂੰ ਸੁਤੰਤਰਤਾ ਦਾ ਅਨੁਭਵ ਕਰਵਾਇਆ। ਤੁਰ ਕਿੰਦ ਉਡਿੰਦ ਦੇ ਨਿੰਦ ਤੇਨੇ। ਕਹਿੰਦੇ ਮਲੇਛਾਂ ਰੂਪੀਆ ਜਿਹੜੇ ਤੁਰਕ ਮਲੇਛ ਜਿਹੜੇ ਰਾਜ ਕਰਦੇ ਸੀ ਉਸ ਵੇਲੇ, ਇਹਨਾਂ ਮਲੇਛਾਂ ਨੂੰ ਤਾਰਿਆਂ ਦੇ ਸਮਾਨ ਜਾਣੀਏ, ਤੇ ਇਹਨਾਂ ਤਾਰਿਆਂ ਵਾਸਤੇ ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਦਨਿੰਦ ਸੂਰਜ ਦੇ ਸਮਾਨ ਨੇ। ਸਤਿ ਸ੍ਰੀ ਅਕਾਲ। ਜਿਵੇਂ ਸੂਰਜ ਚੜ੍ਹਦਿਆਂ ਤਾਰੇ ਨਹੀਂ ਦਿਸਦੇ, ਏਦਾਂ ਕਲਗੀਧਰ ਦੇ ਪ੍ਰਕਾਸ਼ਨ ਨਾਲ ਇਹਨਾਂ ਮਲੇਛਾਂ ਦਾ ਰਾਜ ਸਮਾਪਤ ਹੋਇਆ ਹੈ। ਗੁਰ ਗੋਬਿੰਦ ਸਿੰਘ ਸਬੈ ਜਗ ਬਿੰਦੂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਸਾਰੇ ਜਗਤ ਦੇ ਪੂਜਨੀਕ ਨੇ, ਉਹਨਾਂ ਦੇ ਚਰਨਾਂ ਦੇ ਉੱਤੇ ਮੇਰੀ ਪ੍ਰਣਾਮ ਹੈ, ਨਮਸਕਾਰ ਹੈ। ਸਰ ਪਿੰਦ ਗਿਰਿੰਦ ਖਗਿੰਦ ਤੋਲੰ। ਆਹ ਗਰਿੰਦ ਪਹਾੜੀਏ ਉਹ ਸੱਪ ਦੇ ਸਮਾਨ ਨੇ। ਸੱਪਾਂ ਦਾ ਵੈਰੀ ਕੌਣ ਹੈ? ਸੱਪਾਂ ਦਾ ਵੈਰੀ ਹੈ ਗਰੁੜ। ਗਰੁੜ ਨੂੰ ਵੇਖਦਿਆਂ ਸੱਪ ਭੱਜ ਜਾਂਦੇ ਆ, ਨਸ ਜਾਂਦੇ ਆ, ਮਰ ਜਾਂਦੇ ਆ, ਮੁੱਕ ਜਾਂਦੇ ਆ। ਕਹਿੰਦੇ ਆ ਜਿਹੜੇ ਪਹਾੜੀਏ ਸਰਪਾਂ ਦੇ ਸਮਾਨ, ਉਹਨਾਂ ਲਈ ਕਲਗੀਧਰ ਪਾਤਸ਼ਾਹ ਗਰੁੜ ਦੇ ਸਮਾਨ ਹਨ। ਸਰਪਿੰਦ ਗਰਿੰਦ ਖਗਿੰਦ ਤੋਲੰ। ਖਗਿੰਦ ਖਗਾਂ ਦਾ ਰਾਜਾ, ਖਗ ਇੰਦ। ਖਗ ਨਾਮ ਪੰਛੀਆਂ ਦਾ, ਪੰਛੀਆਂ ਦਾ ਇੰਦ ਰਾਜਾ ਕੌਣ ਹੈ? ਗਰੁੜ। ਕਲਗੀਧਰ ਪਾਤਸ਼ਾਹ ਇਹਨਾਂ ਸਾਰੇ ਪਹਾੜੀ ਰਾਜੇ ਜਿਹੜੇ ਨੇ ਜੋ ਸਰਪਾਂ ਦੇ ਸਮਾਨ ਨੇ, ਉਹਨਾਂ ਲਈ ਖਗਿੰਦ ਤੁਲ ਹਨ। ਬਲਵੰਡ ਅਖੰਡ ਸੋਰਿੰਦਾ ਹੈ ਇੰਦੂ। ਬਲਵੰਡ ਬਲੀ ਨੇ, ਅਖੰਡ ਜਿਨ੍ਹਾਂ ਨੂੰ ਟੋਟੇ ਟੋਟੇ ਨਹੀਂ ਕੀਤਾ ਜਾ ਸਕਦਾ। ਸੁਰਿੰਦਾ ਹੈ ਇੰਦੂ, ਸੁਰਾਂ ਦਾ ਜਿਹੜਾ ਰਾਜਾ ਇੰਦਰ ਹੈ, ਉਹਦੇ ਵੀ ਇੰਦਰ, ਯਾਨੀ ਕਿ ਇੰਦਰਾਣ ਇੰਦਰ ਨੇ ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ। ਕਬਿਤ ਕਾਂਤ ਕਾਲ ਤਾਲ ਮੈਂ ਪ੍ਰਫੁੱਲਤ ਵਿਸਾਲ ਦਲ। ਗੁਰੂ ਸਾਹਿਬ ਦੇ ਚਰਨਾਂ ਨੂੰ ਕਮਲਾਂ ਨਾਲ ਉਪਮਾ ਦਿੰਦੇ ਹਨ। ਕਹਿੰਦੇ ਜਿਵੇਂ ਤਲਾਬ ਦੇ ਵਿੱਚ ਵੱਡਿਆਂ ਪੱਤਿਆਂ ਵਾਲਾ ਸਹਿਤ ਕਮਲ ਪ੍ਰਫੁੱਲਤ ਹੁੰਦਾ ਹੋ ਰਿਹਾ ਹੈ। ਮ੍ਰਿਦੁਲ ਮ੍ਰਿਦਲ ਤੁਲ ਲਾਲ ਲਾਲ ਮਾਨੀਏ। ਕਹਿੰਦੇ ਜਿਵੇਂ ਉਹਦੇ ਵਿੱਚ ਸੁੰਦਰਤਾ ਹੀ ਹੈ, ਕੋਮਲਤਾ ਹੀ ਹੈ ਤੇ ਲਾਲ ਲਾਲ ਨਜ਼ਰ ਆਉਂਦਾ, ਏਦਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨ ਕਮਲ ਦੇ ਫੁੱਲ ਵਾਂਗੂ ਕੋਮਲ ਵੀ ਨੇ ਤੇ ਕਮਲਾਂ ਦੀ ਲਾਲੀ ਵਰਗੀ ਉਹਨਾਂ ਦੇ ਚਰਨਾਂ ਵਿੱਚ ਲਾਲੀ ਹੈ। ਰਾਜਤ ਮਰਾਲ ਰਾਜ ਸੰਤਨ ਸਮਾਜ ਪਾਸ। ਜਿਵੇਂ ਤਾਲ ਦੇ ਕੋਲ ਹੰਸ ਬਿਰਾਜਦੇ ਨੇ, ਏਦਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਪਾਸ ਗੁਰੂ ਕੇ ਸਿੱਖ ਸੰਤ ਉਹ ਸੋਭਦੇ ਹਨ। ਮਹਾਰਾਜ ਜੀ ਦੇ ਚਰਨਾਂ ਵਿੱਚ ਉਹ ਸੱਜ ਕੇ ਬੈਠਦੇ ਨੇ ਨੇੜੇ। ਪਾਸ ਹੈ ਪਰਾਗ ਦਿਨ ਰਹਿਣ ਮੈਂ ਸੁਹਾਨੀਏ। ਜਿਵੇਂ ਕਮਲ ਦੇ ਫੁੱਲ ਤੋਂ ਪਰਾਗ ਖਾਂਦੇ ਆ ਨਾ ਭੌਰੇ, ਏਦਾਂ ਸਤਿਗੁਰਾਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਉਹਨੂੰ ਪਰਾਗ ਜਾਣ ਕੇ ਗੁਰਸਿੱਖ ਭੌਰੇ ਬਣ ਕੇ ਉਸ ਧੂੜੀ ਨੂੰ ਮਾਣਦੇ ਹਨ। ਸ਼ੀਲੀ ਮੁਖ ਸਿੱਖ ਮਨ ਸੌਰਭ ਆਨੰਦ ਹੈ। ਏਦਾਂ ਕਹਿ ਲਈਏ ਕਿ ਸਤਿਗੁਰੂ ਜੀ ਦੇ ਚਰਨ ਕਮਲ ਨੇ ਤੇ ਗੁਰਸਿੱਖ ਸਿਲੀ ਮੁਖ ਭੌਰੇ ਨੇ। ਗੁਰਸਿੱਖ ਭੌਰਿਆਂ ਦੇ ਸਮਾਨ ਨੇ ਤੇ ਭੌਰੇ ਬਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ। ਛੋਰਤ ਨ ਆਸ ਪਾਸ ਸਦਾ ਸੋ ਪ੍ਰਮਾਨੀਏ। ਜਿਵੇਂ ਕਮਲ ਦੇ ਫੁੱਲ ਦਾ ਖਹਿੜਾ ਨਹੀਂ ਨਾ ਛੱਡਦਾ, ਭੌਰਾ ਆਲੇ ਦੁਆਲੇ ਸਾਰਾ ਦਿਨ ਭਰਮੀ ਜਾਂਦਾ, ਰਾਤ ਨੂੰ ਵੀ ਨੇੜੇ ਰਹਿੰਦਾ। ਕਹਿੰਦੇ ਇਸੇ ਤਰ੍ਹਾਂ ਗੁਰਸਿੱਖ ਰੂਪੀ ਭਵਰੇ ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਕਮਲਾਂ ਨੂੰ ਛੱਡ ਕੇ ਸੱਜੇ ਖੱਬੇ ਨਹੀਂ ਜਾਂਦੇ, ਸਾਹਿਬ ਦੇ ਚਰਨਾਂ ਵਿੱਚ ਹੀ ਰਹਿੰਦੇ ਹਨ। ਉਦਕ ਕਰਮ ਛੁਏ ਸਕੈ ਨਾ ਭਰਮ ਮਲ। ਕਹਿੰਦੇ ਸੰਸਾਰ ਦੇ ਜਿਤਨੇ ਵੀ ਪਾਪ ਕਰਮ, ਜਿਵੇਂ ਕਮਲ ਦੇ ਫੁੱਲ ਨੂੰ ਪਾਣੀ ਨਹੀਂ ਨਾ ਛੂੰਹਦਾ, ਏਦਾਂ ਸਤਿਗੁਰੂ ਕਲਗੀਧਰ ਦੇ ਚਰਨ ਕਮਲਾਂ ਨੂੰ ਸੰਸਾਰ ਦੇ ਜਿਤਨੇ ਪਾਪ ਕਰਮ ਮਲ ਆਦਿਕ ਨੇ ਉਹ ਛੋਹ ਨਹੀਂ ਸਕਦੇ, ਭਰਮ ਦੀ ਮੈਲ ਨਹੀਂ ਉਹਨਾਂ ਨੂੰ ਲੱਗਦੀ। ਐਸੋ ਸ਼੍ਰੀ ਗੋਬਿੰਦ ਸਿੰਘ ਪਦ ਕੰਜ ਜਾਨੀਏ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਐਸੇ ਨੇ ਸੋਹਣੇ ਚਰਨ ਕਮਲ, ਐਸੇ ਨੇ ਸੁੰਦਰ ਚਰਨ ਕਮਲ। ਸਵਈਆ ਗੋਬਿੰਦ ਸਿੰਘ ਗੁਰੂ ਗਤ ਦਾਇਕ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੁਕਤੀ ਦਾਤੇ ਹਨ, ਮੁਕਤੀਆਂ ਦਾ ਦਾਨ ਦੇ ਕੇ ਨਿਵਾਜਦੇ ਹਨ। ਇੱਕ ਮੁਕਤੀ ਨਹੀਂ, ਬੇਅੰਤ ਮੁਕਤੀਆਂ ਦੇ ਮਾਲਕ ਜਗਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ।
ਆਨ ਕੀ ਆਸ ਨਹੀਂ ਮਨ ਰਾਈ। ਕਲਗੀਧਰ ਪਾਤਸ਼ਾਹ ਤੋਂ ਬਿਨਾਂ ਮੇਰੇ ਮਨ 'ਚ ਹੋਰ ਕਿਸੇ ਦੀ ਕੋਈ ਆਸ ਨਹੀਂ ਹੈ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਲਗੀਧਰ ਨਾਲ ਇੰਨਾ ਪਿਆਰ ਕਰਦੇ ਹਨ, ਇਤਨੀ ਪ੍ਰੀਤ ਕਰਦੇ ਹਨ, ਇੱਥੇ ਕੋਈ ਇਹ ਨਹੀਂ ਕਹਿ ਸਕਦੇ ਕਿ ਆਪਾਂ ਉਹ 10 ਪਾਤਸ਼ਾਹੀਆਂ 'ਚ ਫਰਕ ਸਮਝਦੇ ਆ, ਪਰ 10ਵੇਂ ਪਾਤਸ਼ਾਹ ਦੇ ਚਰਨਾਂ ਨਾਲ ਪ੍ਰੀਤ ਇੰਨੀ ਕਰਦੇ ਕਿ ਉਹਨਾਂ ਦੇ ਜਦੋਂ ਮੰਗਲ ਕਰਨ ਲੱਗੇ ਤੇ 3-4 ਛੰਦ ਕਲਗੀਧਰ ਦੀ ਉਪਮਾ 'ਚ ਉਚਾਰੇ। ਬਾਕੀ ਗੁਰੂ ਸਾਹਿਬਾਨਾਂ ਦੀ ਉਪਮਾ 'ਚ 2-2 ਛੰਦ ਦੋਹਰਾ ਤੇ ਸਵਈਆ ਕਬਿਤ ਕਿਹਾ, ਤੇ ਕਲਗੀਧਰ ਦੀ ਸਿਫਤ 'ਚ 4 ਸਵਈਏ ਉਹ ਉਪਮਾ ਵਿੱਚ ਕਹੇ। ਜਿਵੇਂ ਭੱਟਾਂ ਨੇ ਉਪਮਾ ਕੀਤੀ, ਬਾਕੀ ਗੁਰੂ ਸਾਹਿਬਾਨਾਂ ਦੀ ਵੀ ਕੀਤੀ, ਪਰ ਚੌਥੇ ਪਾਤਸ਼ਾਹ ਦੀ ਵਧੇਰੇ ਕੀਤੀ। ਮਾਂ ਕਵੀ ਜੀ ਕਲਗੀਧਰ ਨਾਲ ਕਿੰਨਾ ਪਿਆਰ ਕਰਦੇ। ਕਹਿੰਦੇ ਸਤਿਗੁਰੂ ਜੀ ਮੁਕਤੀ ਦਾਤੇ ਨੇ, ਆਨ ਕੀ ਆਸ ਨਹੀਂ ਮਨ ਰਾਈ। ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਮੇਰੇ ਮਨ ਵਿੱਚ ਕਿਸੇ ਹੋਰ ਦੀ ਆਸ ਨਹੀਂ ਹੈ। ਚਾਤ੍ਰਿਕ ਚੀਤ ਮੁਹੂਰ ਮੂਹੁ ਰਟ। ਕਹਿੰਦੇ ਜਿਵੇਂ ਬਬੀਹਾ ਬੋਲਦਾ ਨਾ, ਪ੍ਰਿਯੋ 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 ਪ੍ਰਿਯੋ, ਕਦੋਂ ਤੱਕ ਬੋਲਦਾ? ਜਦੋਂ ਤੱਕ ਉਹਦੇ ਮੂੰਹ 'ਚ ਸਵੰਤੀ ਬੂੰਦ ਨਹੀਂ ਪੈ ਜਾਂਦੀ। ਕਹਿੰਦੇ ਇਸੇ ਤਰ੍ਹਾਂ ਮੈਂ ਵੀ ਉਸ ਬਬੀਹੇ ਵਾਂਗੂ ਰਟਦਾ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਉਦੋਂ ਤੱਕ ਰਟਦਾ ਰਹਾਂਗਾ। ਕਦੋਂ ਤੱਕ? ਦੱਸਦੇ ਨੇ ਸਵਾਂਤ ਦੀਦਾਰ ਕਬੈ ਇਹ ਪਾਈ। ਜਦੋਂ ਤੱਕ ਸਵੰਤੀ ਬੂੰਦ ਦੇ ਰੂਪ ਵਿੱਚ ਕਲਗੀਧਰ ਦੇ ਪ੍ਰਤੱਖ ਦਰਸ਼ਨ ਮੈਨੂੰ ਪ੍ਰਾਪਤ ਨਹੀਂ ਹੋ ਜਾਂਦੇ, ਜਦੋਂ ਤੱਕ ਮੈਨੂੰ ਸਾਹਿਬੇ ਕਮਾਲ ਦੇ ਦੀਦਾਰ ਨਹੀਂ ਹੋ ਜਾਂਦੇ, ਉਦੋਂ ਤੱਕ ਮੈਂ ਬਬੀਹੇ ਵਾਂਗੂ ਰਟਦਾ ਰਹਾਂਗਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਇਹ ਉਦੋਂ ਤੱਕ ਕਹਿੰਦਾ ਰਹਾਂਗਾ ਜਦੋਂ ਤੱਕ ਮੈਨੂੰ ਮੇਰੇ ਸਾਹਿਬ ਦੇ ਦਰਸ਼ਨਾਂ ਦੀ ਸਵਾਂਤ ਬੂੰਦ ਪ੍ਰਾਪਤ ਨਹੀਂ ਹੋ ਜਾਂਦੀ। ਜੀਓ ਪਤੰਗ ਸਨੇਹ ਕੀ ਡੋਰ। ਕਹਿੰਦੇ ਮੇਰਾ ਜੀੜਾ ਪਤੰਗ ਹੈ ਔਰ ਗੁਰੂ ਕਲਗੀਧਰ ਦੇ ਪ੍ਰੇਮ ਦੀ ਡੋਰ ਨਾਲ ਬੱਧਾ ਹੋਇਆ ਹੈ। ਬੰਧਾ ਡੱਗ ਡੋਲ ਸੋਲੇ ਹੋ ਮਿਲਾਈ। ਬੰਨਿਆ ਹੋਇਆ ਡਾਵਾਂ ਡੋਲ, ਜਿਵੇਂ ਪਤੰਗ ਨਹੀਂ ਏਦਾਂ ਡਾਵਾਂ ਡੋਲ ਹੁੰਦੀ ਫਿਰਦੀ, ਤੁਹਾਡੇ ਪ੍ਰੇਮ ਦੀ ਡੋਰ ਨਾਲ ਬੱਧਾ ਏਦਾਂ ਡਾਵਾਂ ਡੋਲ ਹੋਇਆ ਫਿਰਦਾ। ਹੇ ਮੇਰੇ ਸਾਹਿਬ, ਹੇ ਬਾਜਾਂ ਵਾਲੇ, ਹੇ ਤਾਜਾਂ ਵਾਲੇ, ਸਰਬੰਸਦਾਨੀ ਸਤਿਗੁਰੂ ਜੀ ਕਿਰਪਾ ਕਰੋ, ਹੁਣ ਤਾਂ ਮੈਨੂੰ ਆਪਣੇ ਨਾਲ ਮੇਲ ਲਵੋ, ਹੁਣ ਤਾਂ ਆਪਣੇ ਨਾਲ ਮੇਲ ਕੇ ਅਭੇਦ ਕਰ ਲਵੋ। ਸਿੰਧ ਹੁਤਾਸਨ ਹੈ ਭਵ ਕੀ ਗਤ। ਮਹਾਰਾਜ ਇਹ ਸੰਸਾਰ ਅੱਗ ਦਾ ਸਮੁੰਦਰ ਹੈ, ਇਹਦੇ ਵਿੱਚ ਪ੍ਰਬਲ ਅੱਗ ਬਲ ਰਹੀ ਹੈ, ਸੜ ਰਹੇ ਹਾਂ, ਇਸ ਅਗਨੀ ਵਿੱਚ ਭੁੱਜ ਰਹੇ ਹਾਂ। ਕਿਤੇ ਕਾਮ ਦੀ ਅੱਗ ਹੈ, ਕਿਤੇ ਕ੍ਰੋਧ ਦੀ, ਇਹ ਵਿਸ਼ਿਆਂ ਵਿਕਾਰਾਂ ਦੀ ਅੱਗ ਸਾਨੂੰ ਸਾੜ ਰਹੀ ਹੈ, ਜਲਾ ਰਹੀ ਹੈ। ਮੇਰੇ ਸਤਿਗੁਰੂ ਕਲਗੀਧਰ ਜੀ ਮੋਹੇ ਮਾਇਆ ਕਰ ਲੇਹੋ ਬਚਾਈ। ਮੇਰੇ ਤੇ ਤਰਸ ਕਰੋ ਮੇਰੇ ਸਾਹਿਬ ਜੀ, ਇਸ ਅੱਗ ਦੇ ਸਾਗਰ ਚੋਂ, ਇਸ ਅੱਗ ਦੇ ਬਲਦੇ ਭਵ ਸਾਗਰ ਵਿੱਚੋਂ ਮੇਰੀ ਬਾਹ ਫੜ ਕੇ ਖਿੱਚ ਕੇ ਇਸ ਅੱਗ ਦੇ ਸਮੁੰਦਰ ਚੋਂ ਮੈਨੂੰ ਬਾਹਰ ਕੱਢ ਲਵੋ। ਬਚਾ ਲਓ ਮਹਾਰਾਜ ਇਸ ਅਗਨੀ ਦੇ ਕੁੰਡ ਤੋਂ, ਦਇਆ ਕਰਕੇ ਬਚਾ ਲਵੋ, ਰੱਖ ਲਵੋ। ਕਬਿਤ ਦੋ ਕਰ ਬੰਦਤ ਗੋਬਿੰਦ ਸਿੰਘ। ਦੋਵੇਂ ਹੱਥ ਜੋੜ ਕੇ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨੂੰ ਬੰਦਨਾ ਕਰਦਾ ਹਾਂ। ਦੇਤ ਹੈ ਆਨੰਦ ਸੁਖ ਕੰਦ ਅਗ ਮੰਦ ਹੀ। ਜੋ ਆਨੰਦ ਬਖਸ਼ਦੇ ਨੇ, ਸੁਖ ਦਾ ਮੂਲ ਨੇ ਔਰ ਪਾਪਾਂ ਦਾ ਨਾਸ ਕਰਦੇ ਹਨ। ਸਿਆਲ ਤੇ ਮਿਰਗਿੰਦ ਪਟ ਬੀਜਲੇ ਦਿਲਿੰਦ ਕਰੇ। ਆਹ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ ਕਲਗੀਧਰ ਨੇ, ਪੱਟ ਬੀਜਣੇ ਟਟਹਿਣਿਆਂ ਤੋਂ ਸੂਰਜ ਬਣਾ ਦਿੱਤਾ ਹੈ। ਕਿੱਥੇ ਪੱਟ ਬੀਜਣਾ ਟਟਹਿਣਾ ਤੇ ਕਿੱਥੇ ਸੂਰਜ। ਕਹਿੰਦੇ ਜਿਨ੍ਹਾਂ ਗਿੱਦੜਾਂ ਤੋਂ ਮਿਰਗਿੰਦ ਸ਼ੇਰ ਬਣਾ ਦਿੱਤਾ ਹੈ, ਪੱਟ ਬੀਜਣੇ ਦਨਿੰਦ ਕਰੇ, ਪੱਟ ਬੀਜਣਿਆਂ ਨੂੰ ਸੂਰਜ ਬਣਾ ਦਿੱਤਾ ਹੈ। ਕੀਟ ਤੇ ਗਜਿੰਦ ਪੰਥ ਦਇਓ ਗਤ ਵੰਦ ਹੀ। ਕੀੜੀਆਂ ਤੋਂ ਹਾਥੀ ਬਣਾ ਦਿੱਤਾ ਹੈ। ਕਹਿੰਦੇ ਇਹੋ ਜਿਹਾ ਪੰਥ ਬਖਸ਼ਿਆ ਸਾਨੂੰ ਸਤਿਗੁਰਾਂ ਨੇ, ਜਿਹੜਾ ਗਤਵੰਦ ਮੁਕਤੀ ਦੇਣ ਵਾਲਾ ਪੰਥ ਹੈ। ਉਹ ਪੰਥ ਗੁਰੂ ਕਲਗੀਧਰ ਨੇ ਸਾਨੂੰ ਬਖਸ਼ਿਆ ਹੈ।
ਮਸ਼ਕਾ ਖਗਿੰਦ ਜਿਨ ਕਾਕ ਤੇ ਮਰਾਲ ਬ੍ਰਿੰਦ। ਆਹਾ, ਕਹਿੰਦੇ ਮੱਛਰ ਨੂੰ ਗਰੜ ਬਣਾ ਦਿੱਤਾ ਕਲਗੀਧਰ ਨੇ, ਮੱਛਰਾਂ ਨੂੰ ਗਰੜ, ਜਿਨ੍ਹਾਂ ਨੂੰ ਮੱਛਰਾਂ ਵਾਂਗੂ ਮਸਲ ਦਿੰਦੇ ਸੀ, ਕਹਿੰਦੇ ਮੱਛਰਾਂ ਨੂੰ ਗਰੜ ਬਣਾ ਦਿੱਤਾ। ਜਿਵੇਂ ਪਾਤਸ਼ਾਹ ਦੇ ਬਚਨ ਨੇ ਨਾ, ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕ, ਕਹਿੰਦੇ ਮੱਛਰਾਂ ਨੂੰ ਇੰਨੀ ਤਾਕਤ ਦੇ ਦਿੱਤੀ ਵੀ ਉਹ ਪਹਾੜਾਂ ਨੂੰ ਤੋੜ ਕੇ ਚਕਨਾਚੂਰ ਕਰ ਦੇਣ। ਖਗਿੰਦ ਬਣਾ ਦਿੱਤਾ, ਖਗਿੰਦ ਗਰੜ ਕਹਿੰਦੇ ਆ। ਜਿਨ ਕਾਕ ਤੇ ਮਰਾਲ ਬ੍ਰਿੰਦ, ਕਾਵਾਂ ਤੋਂ ਹੰਸ ਬਣਾ ਦਿੱਤਾ ਹੈ, ਕਾਗੋ ਹੰਸ ਕਰ ਦਿੱਤਾ ਹੈ। ਇਹੋ ਜਿਹੇ ਨੇ ਕਲਗੀਧਰ ਜੀ। ਰੰਕ ਜੇ ਨਰਿੰਦ ਕਰੇ ਬੰਦਤ ਮੁਕੰਦ ਹੀ, ਜਿਹੜੇ ਭਿਖਾਰੀ ਸੀ ਉਹਨਾਂ ਭਿਖਾਰੀਆਂ ਨੂੰ ਰਾਜੇ ਬਣਾ ਦਿੱਤਾ ਸਤਿਗੁਰਾਂ ਨੇ। ਨਰਿੰਦ ਕਰੇ, ਭਿਖਾਰੀਆਂ ਨੂੰ ਨਰਿੰਦ ਰਾਜੇ ਬਣਾ ਦਿੱਤਾ। ਆਖਿਆ ਇਨ ਗਰੀਬ ਸਿੱਖਨ ਕੋ ਦੇਹੋਂ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਕਹਿੰਦੇ ਗਰੀਬਾਂ ਤੋਂ ਰੰਕਾਂ ਤੋਂ ਰਾਜੇ ਬਣਾ ਦਿੱਤਾ। ਮੱਥਾ ਟੇਕੀਏ ਕਲਗੀਧਰ ਦੇ ਚਰਨਾਂ 'ਚ ਤੇ ਮੱਥਾ ਟੇਕਦਿਆਂ ਹੀ ਮੁਕਤੀ ਦੇ ਦਿੰਦੇ ਨੇ। ਸਤਿ ਸ੍ਰੀ ਅਕਾਲ। ਬੰਦਤ ਮੁਕੰਦ ਹੀ, ਬੰਧਨ ਕਰਦਿਆਂ ਨਮਸਕਾਰ ਕਰਦਿਆਂ ਹੀ ਮੁਕਤੀ ਮਿਲ ਜਾਂਦੀ ਹੈ। ਸੁੰਦਰ ਮੁਖਾਰ ਬਿੰਦ ਸੋਹਤ ਸੰਤੋਖ ਸਿੰਘ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਬੜਾ ਸੋਹਣਾ ਮੁਖਾਰ ਬਿੰਦ ਹੈ ਕਲਗੀਧਰ ਦਾ, ਬੜਾ ਸੁੰਦਰ ਸੋਭਾ ਪਾ ਰਿਹਾ ਹੈ। ਸਾਹਿਬੇ ਕਮਾਲ ਜੀ ਦਾ ਸੁੰਦਰ ਚਿਹਰਾ, ਅਤੀ ਸੁੰਦਰ, ਅਤੀ ਸੁੰਦਰ, ਕੀ ਉਪਮਾ ਦਈਏ। ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ। ਕਹਿੰਦੇ ਜੇ ਚੰਦਰਮਾ ਕਲੰਕੀ ਨਾ ਹੁੰਦਾ ਤੇ ਕਹਿ ਸਕਦੇ ਸੀ ਵੀ ਸਤਿਗੁਰੂ ਜੀ ਚੰਨ ਵਰਗੇ ਸੋਹਣੇ ਨੇ, ਪਰ ਉਹ ਏਦਾਂ ਵੀ ਨਹੀਂ ਕਹਿ ਸਕਦੇ ਕਿਉਂਕਿ ਚੰਨ ਕਲੰਕੀ ਹੈ। ਕਹਿੰਦੇ ਜੇ ਚੰਨ ਨਿਸ਼ਕਲੰਕ ਹੁੰਦਾ ਨਾ ਤੇ ਮਾਂ ਕਵੀ ਜੀ ਕਹਿੰਦੇ ਮੈਂ ਕਹਿ ਸਕਦਾ ਸੀ ਕਿ ਕਲਗੀਧਰ ਜੀ ਦਾ ਸਵਰੂਪ ਚੰਨ ਵਰਗਾ ਹੈ, ਪਰ ਕੀ ਕਵਾਂ, ਚੰਨ ਵੀ ਤਾਂ ਕਲੰਕੀ ਹੈ। ਹਾਂਜੀ। ਕਬਿਤ ਤੋ ਸੋ ਨਹੀਂ ਦਾਤਾ ਕੋ ਮੋ ਸੋਨਾ ਭਿਖਾਰੀ ਦੀ। ਮਹਾਰਾਜ ਤੁਹਾਡੇ ਵਰਗਾ ਦਾਤਾ ਨਹੀਂ, ਮੇਰੇ ਵਰਗਾ ਭਿਖਾਰੀ ਨਹੀਂ। ਭਾਈ ਸੰਤੋਖ ਸਿੰਘ ਜੀ ਨੇ ਇਹ ਦੋ ਵਾਰੀ ਇੱਥੇ ਨਾਨਕ ਪ੍ਰਕਾਸ਼ ਵਿੱਚ ਵੀ ਵਰਤਿਆ, ਜਦੋਂ ਗੁਰਪ੍ਰਤਾਪ ਦੀ ਸਮਾਪਤੀ ਹੁੰਦੀ ਉੱਥੇ ਵੀ ਇਹ ਛੰਦ ਵਰਤਿਆ। ਇਹਨਾਂ ਇਦਾਂ ਦਾ ਮਿਲਦਾ ਜੁਲਦਾ ਛੰਦ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਉੱਥੋਂ ਭਾਈ ਸੰਤੋਖ ਸਿੰਘ ਜੀ ਨੇ ਸੇਧ ਲਈ ਹੈ। ਮਹਾਰਾਜ ਤੋਸੋ ਨਹੀਂ ਦਾਤਾ ਕੋ ਮੋਸੋ ਨਾ ਭਿਖਾਰੀ ਦੀਨ, ਤੇਰੇ ਵਰਗਾ ਦਾਤਾ ਕੋਈ ਨਹੀਂ, ਮੇਰੇ ਵਰਗਾ ਗਰੀਬੜਾ ਨਿਮਾਣਾ ਭਿਖਾਰੀ ਕੋਈ ਨਹੀਂ ਮਹਾਰਾਜ। ਹਾਂਜੀ। ਤੋ ਸੋਨਾ ਦਇਆਲ ਦੁਖੀ ਮੋ ਸੋਨਾ ਅਲਾਈਏ। ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇ ਮੇਰੇ ਵਰਗਾ ਦੁਖੀ ਨਹੀਂ ਕਿਹਾ ਜਾ ਸਕਦਾ। ਤੁਸੀਂ ਦੁਖੀਆਂ ਤੇ ਦਇਆ ਕਰਦੇ ਹੋ, ਮੇਰੇ ਵਰਗਾ ਦੁਖੀ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਮੋ ਸੋ ਨਹੀਂ ਕ੍ਰਿਤ ਘਨ ਤੋ ਸੋ ਉਪਕਾਰੀ ਨਾਹੇ। ਮੇਰੇ ਵਰਗਾ ਕਿਰਤ ਘਣ ਕੋਈ ਨਹੀਂ, ਕਿਰਤ ਘਣ ਤੇਰੀ ਕੀਤੀ ਨੂੰ ਮੈਂ ਜਾਣਦਾ ਹੀ ਨਹੀਂ ਹਾਂ, ਪਰ ਮਹਾਰਾਜ ਤੁਸੀਂ ਕ੍ਰਿਤ ਘਣਾ ਤੇ ਵੀ ਉਪਕਾਰ ਕਰਦੇ ਹੋ, ਤੁਹਾਡੇ ਵਰਗਾ ਪਰਉਪਕਾਰੀ ਕੋਈ ਨਹੀਂ। ਮੇਰੇ ਵਰਗਾ ਕ੍ਰਿਤ ਘਣ ਕੋਈ ਨਹੀਂ ਤੇ ਤੁਹਾਡੇ ਵਰਗਾ ਉਪਕਾਰੀ ਨਹੀਂ। ਮੋ ਸੋਨਾ ਅਨਾਥ ਨਾਥ ਤੋ ਸੋ ਨਾ ਬਤਾਈਏ। ਮੇਰੇ ਵਰਗਾ ਅਨਾਥ ਕੋਈ ਨਹੀਂ ਤੇ ਤੁਹਾਡੇ ਵਰਗਾ ਅਨਾਥਾਂ ਦਾ ਨਾਥ ਕੋਈ ਨਹੀਂ। ਮੈਂ ਅਨਾਥ ਹਾਂ ਔਰ ਤੁਸੀਂ ਨਾਥ ਹੋ, ਮੇਰੇ ਵਰਗਾ ਅਨਾਥ ਕੋਈ ਨਹੀਂ ਤੇ ਤੁਹਾਡੇ ਵਰਗਾ ਕੋਈ ਨਾਥ ਨਹੀਂ ਦੱਸਿਆ ਜਾਂਦਾ। ਔਗੁਣੀ ਨਾ ਮੋਸੋ ਕੋ ਗੁਣਵਾਨ ਤੋ ਸੋ ਨਹੀਂ। ਮੇਰੇ ਵਰਗਾ ਕੋਈ ਔਗਣੀ ਨਹੀਂ ਹੈ ਔਰ ਤੁਹਾਡੇ ਵਰਗਾ ਗੁਣਵਾਨ ਕੋਈ ਨਹੀਂ ਹੈ। ਹਾਂਜੀ। ਜਪ ਤਪ ਬ੍ਰਤ ਸੋ ਮੈਂ ਏਕ ਨਹਿ ਪਾਈਏ। ਮੇਰੇ ਵਿੱਚ ਨਾ ਕੋਈ ਜਪ ਹੈ, ਨਾ ਕੋਈ ਤਪ ਹੈ, ਨਾ ਕੋਈ ਵਰਤ ਹੈ, ਇੱਕ ਵੀ ਜਿਹੜੇ ਉੱਪਰ ਦੱਸੇ ਨੇ ਇਹਨਾਂ ਵਿੱਚੋਂ ਇੱਕ ਵੀ ਨਹੀਂ ਮੇਰੇ 'ਚ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ। ਮਹਾਰਾਜ ਮੇਰੇ 'ਚ ਕੋਈ ਜਪ ਤਪ ਨਹੀਂ,
ਮੇਰੇ 'ਚ ਕੋਈ ਵਰਤ ਨਹੀਂ, ਕੋਈ ਕਰਮ ਨਹੀਂ, ਮੇਰੀ ਕੋਈ ਸੰਜਮ ਮਰਿਆਦਾ ਨਹੀਂ। ਮਹਾਰਾਜ ਇੱਕ ਵੀ ਮੇਰੇ 'ਚ ਕੋਈ ਗੁਣ ਨਹੀਂ। ਕਵ ਆਇਓ ਹੈ ਸ਼ਰਨ ਗਹੇ ਧਾਏ ਕੈ ਚਰਨ। ਕਵੀ ਜੀ ਕਹਿੰਦੇ ਮੈਂ ਤੁਹਾਡੀ ਸ਼ਰਨ ਆਇਆ ਹਾਂ ਔਰ ਭੱਜ ਕੇ ਤੁਹਾਡੇ ਚਰਨ ਫੜ ਲਏ ਆ, ਭੱਜ ਕੇ ਦੌੜ ਕੇ ਆਇਆ ਔਰ ਭੱਜ ਕੇ ਚਰਨ ਫੜ ਲਏ ਨੇ ਤੁਹਾਡੀ ਸ਼ਰਨ ਆ ਕੇ। ਗੁਰੂ ਤਾਰਨ ਤਰਨ ਨਿਜ ਹੱਥ ਦੇ ਬਚਾਈਏ। ਏ ਗੁਰੂ ਸਾਹਿਬ ਤੁਸੀਂ ਤਾਰਨਹਾਰ ਹੋ ਜਹਾਜ਼ ਵਾਂਗੂ, ਕਿਰਪਾ ਕਰੋ ਮੈਨੂੰ ਆਪਣਾ ਹੱਥ ਦੇ ਕੇ ਬਚਾ ਲਓ ਗਰੀਬ ਨਵਾਜ, ਆਪਣਾ ਹੱਥ ਦੇ ਕੇ ਮੈਨੂੰ ਰੱਖ ਲਓ। ਹਾਂਜੀ। ਕਬਿਤ ਅੰਤਕ ਕੀ ਪਾਸਿਨ ਬਚਾਏ ਨਿਜ ਦਾਸਨ ਕੋ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਜੰਮਾਂ ਦੀ ਫਾਈ ਤੋਂ ਆਪਣੇ ਦਾਸਾਂ ਨੂੰ ਬਚਾ ਲੈਂਦੇ ਨੇ। ਹਾਥ ਮੈਂ ਸਰਾਸਨ ਅਰੂੜਤ ਤੁਰੰਗ ਕੇ। ਹੱਥ 'ਚ ਧਨੁਖ ਪੜ ਕੇ ਸਰਾਸਨ ਪਕੜ ਕੇ ਘੋੜੇ ਤੇ ਸਵਾਰ ਨੇ, ਘੋੜੇ ਤੇ ਬੈਠਿਆਂ ਦੇ ਦਰਸ਼ਨ ਕਰਾਉਂਦੇ ਭਾਈ ਸਾਹਿਬ। ਕਹਿੰਦੇ ਐਸੇ ਦਰਸ਼ਨ ਨੇ ਜਿਹੜੇ ਜੰਮਾਂ ਦੀ ਫਾਈ ਤੋਂ ਛੁਡਾ ਲੈਂਦੇ ਆਪਣਿਆਂ ਦਾਸਾਂ ਨੂੰ। ਹੱਥ 'ਚ ਧਨੁਖ ਫੜਿਆ ਤੇ ਘੋੜੇ ਤੇ, ਨੀਲੇ ਘੋੜੇ ਤੇ ਬਾਜਾਂ ਵਾਲੇ ਸਾਹਿਬ ਸਵਾਰ ਹਨ। ਕਮਲ ਵਿਸਾਲ ਦਲ ਲੋਚਨ ਦਇਆਲ ਕਲ। ਕਮਲ ਵਰਗੇ ਸੁੰਦਰ ਪੰਖੜੀਆਂ ਜੈਸੀਆਂ ਉੱਪਰਲੀਆਂ ਮਹਾਰਾਜ ਜੀ ਦੀਆਂ ਪਲਕਾਂ ਹਨ ਔਰ ਨੇਤਰ ਬੜੇ ਹੀ ਸੁੰਦਰ ਦਿਆਲ ਦਇਆ ਨਾਲ ਭਰੇ ਹੋਏ, ਕਲੀ ਕਾਲ ਦੇ ਪਾਪਾਂ ਨੂੰ ਨਿਵਾਰਨ ਵਾਲੇ ਨੇ। ਲੋਕਨ ਬਿਲੋਕ ਕੈ ਅਸ਼ੋਕ ਕਰੇ ਸੰਗ ਕੇ। ਕਲਯੁਗ ਦੇ ਲੋਕਾਂ ਨੂੰ ਇੱਕ ਥੋੜੇ ਜਿਹੀ ਨਿਗਾਹ ਕਰਕੇ ਵੇਖਦੇ ਆ, ਕਿਰਪਾ ਕਟਾਖ ਤੇ ਤੱਕ ਕੇ ਹੀ ਉਹਨਾਂ ਨੂੰ ਸੁਖੀ ਕਰ ਦਿੰਦੇ ਹਨ। ਸੋਚਨ ਵਿਮੋਚਨ ਕੋ ਪੋਚਨ ਸੰਕੋਚੇ ਜਗ। ਜਿਹਦੇ ਵੱਲ ਵੇਖਦੇ ਉਹਦੀਆਂ ਸੋਚਾਂ ਦੂਰ ਕਰ ਲੈਂਦੇ ਆ। ਤੇ ਆ ਜਿਹੜੇ ਵਿਮੋਚਨ ਦਾ ਪੋਚਨ ਦਾ ਮਤਲਬ ਹੁੰਦਾ ਹੈ ਆ ਜਿਹੜੇ ਮਾੜੇ ਭੈੜੇ ਭੱਦੇ ਮਲੇਛ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਵੈਰ ਰਚਦੇ ਸੀ, ਕਹਿੰਦੇ ਉਹਨਾਂ ਨੂੰ ਸੰਕੋਚ ਲੈਂਦੇ, ਭਾਵ ਉਹਨਾਂ ਨੂੰ ਤਾੜ ਦਿੰਦੇ ਮਹਾਰਾਜ ਜੀ ਦੇ ਨੇਤਰ। ਹਾਂਜੀ। ਨਯੋ ਪੰਥ ਧਾਰੀ ਬਲਿਹਾਰੀ ਅੰਗ ਅੰਗ ਕੇ। ਇਹ ਨਵੇਂ ਪੰਥ ਚਲਾਉਣ ਵਾਲੇ, ਨਵੇਂ ਪੰਥ ਨੂੰ ਧਾਰਨ ਕਰਨ ਵਾਲੇ ਗੁਰੂ ਕਲਗੀਧਰ ਜੀ, ਮੈਂ ਤੁਹਾਡੇ ਅੰਗ ਅੰਗ ਤੋਂ ਬਲਿਹਾਰ ਜਾਵਾਂ। ਪਾਗ ਜਿਗਾ ਸੰਗ ਖਚੇ ਮਾਣਿਕ ਸੁਰੰਗ ਰੰਗ। ਜਿਨ੍ਹਾਂ ਦੀ ਪੱਗ 'ਚ ਸੋਹਣੀ ਜਿਗਾ ਹੈ, ਸੋਹਣੀ ਕਲਗੀ ਹੈ, ਉਹਦੇ ਵਿੱਚ ਕੀਮਤੀ ਮਾਣਕ ਤੇ ਲਾਲ ਖਚੇ ਹੋਏ ਨੇ। ਵਾਰੋਂ ਮੈਂ ਉਮੰਗ ਮਨ ਕਲਗੀ ਉਤੰਗ ਕੇ। ਉੱਚੀ ਕਲਗੀ ਵੇਖ ਕੇ ਮੇਰੇ ਸਾਹਿਬ ਦੇ ਸੀਸ ਉੱਤੇ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪਣਾ ਜੀੜਾ ਵਾਰੇ ਵਾਰੇ ਕਰਦਾ। ਸਾਹਿਬ ਦੀ ਉੱਚੀ ਕਲਗੀ ਨੂੰ ਵੇਖ ਕੇ ਮੈਂ ਆਪਣਾ ਮਨ ਵਾਰੇ ਵਾਰੇ ਕਰਦਾ ਹਾਂ। ਮੈਂ ਬਲਿਹਾਰ ਜਾਂਦਾ ਹਾਂ ਕਲਗੀਆਂ ਵਾਲੇ ਦੀ ਕਲਗੀ ਤੋਂ, ਸਾਹਿਬ ਜੀ ਦੀ ਜਗ੍ਹਾ ਤੋਂ, ਸਾਹਿਬ ਜੀ ਦੇ ਸੋਹਣੇ ਸਵਰੂਪ ਤੋਂ, ਸਾਹਿਬਾਂ ਦੇ ਸੋਹਣਿਆਂ ਚਰਨਾਂ ਤੋਂ ਵਾਰੇ ਜਾਈਏ, ਬਲਿਹਾਰ ਜਾਈਏ। ਹੋਰ ਅੱਗੇ ਛੰਦ ਚੱਲ ਰਹੇ ਨੇ, ਮੰਗਲ ਚੱਲ ਰਹੇ ਨੇ। ਅਗਲਿਆਂ ਪ੍ਰਕਰਣਾਂ ਵਿੱਚ ਆਪ ਜੀ ਕਥਾ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ, ਸਮਾਣਾ ਫਤਿਹ ਦਿਵਸ ਜੋ 11 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਸਮਾਣੇ ਸ਼ਹਿਰ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ, ਉਹਦੇ ਸਬੰਧ ਵਿੱਚ ਗੁਰਮਤਿ ਸਮਾਗਮ ਹੋ ਰਹੇ ਨੇ। 23 ਤਰੀਕ ਨੂੰ 23 ਅਕਤੂਬਰ ਨੂੰ, 22 ਤਰੀਕ ਨੂੰ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਹੈ ਚੌਥੇ ਗੁਰਦੇਵ ਜੀ ਦਾ। ਉਹ ਵੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਵੇਰੇ 10 ਵਜੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ, ਦੀਵਾਨ ਸਜਣਗੇ, ਉੱਥੇ ਵੀ ਹਾਜ਼ਰੀਆਂ ਭਰਨੀਆਂ। ਔਰ 23 ਤਰੀਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੰਬੰਧ ਵਿੱਚ ਇੱਕ ਨਾਟਕ ਕੀਤਾ ਜਾ ਰਿਹਾ ਹੈ ਬੜਾ ਸੁੰਦਰ, ਜੋ ਸਮਾਣੇ ਥੜਾ ਸਾਹਿਬ ਸ਼ਾਮ ਦੇ ਸਮੇਂ ਹੋਵੇਗਾ। ਜਿਹੜੇ ਦਰਸ਼ਨ ਕਰਨਾ ਚਾਹੁੰਦੇ, ਨੌਵੇਂ ਪਾਤਸ਼ਾਹ ਦੇ ਸਥਾਨ ਦੇ ਨਾਲੇ ਨਾਟਕ ਵੇਖਣਾ ਚਾਹੁੰਦੇ ਆ, ਇਤਿਹਾਸ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ, ਉਹ ਸਮਾਣੇ ਪਹੁੰਚੋ, ਥੜਾ ਸਾਹਿਬ ਦਰਸ਼ਨ ਕਰੋ ਮਹਾਰਾਜ ਜੀ ਦੇ ਸਥਾਨਾਂ ਦੇ। ਤੇ ਜੇ ਪਟਿਆਲੇ ਸ਼ਹਿਰ ਤੋਂ ਕਿਸੇ ਸੰਗਤ ਨੇ ਜਾਣਾ ਹੈ ਤਾਂ ਉਹਨਾਂ ਦੇ ਜਾਣ ਵਾਸਤੇ ਇੱਥੋਂ ਬੱਸ ਦਾ ਵੀ ਪ੍ਰਬੰਧ ਕਰ ਦਿੱਤਾ ਜਾਏਗਾ। ਜਿਹੜੇ ਮਾਈ ਭਾਈ ਜਾਣਾ ਚਾਹੁੰਦੇ ਉਹ ਆਪਣੇ ਨਾਂ ਜਿਹੜੇ ਨੇ ਉਹ ਦਫ਼ਤਰ ਵਿੱਚ ਲਿਖਾ ਸਕਦੇ ਹੈ। ਇਹ ਬੇਨਤੀ ਧਰਮ ਪ੍ਰਚਾਰ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਆਪ ਜੀ ਨੇ ਪ੍ਰਵਾਨ ਕਰਨੇ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਿਬੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ